हाँ जी, हाँ जी सरदार दर्शन सिंह जी, ਅਸੀਂ ਕੱਲ ਮੇਲ ਪਾਰਟ ਵੱਲੋਂ ਜੋ ਕਿਰਿਆ ਸੀ, ਜੇ ਉਹਦੇ ਅੰਗ ਸੀ, ਉਹਨਾਂ ਬਾਰੇ ਡਿਸਕ੍ਰਿਪਸ਼ਨ ਸਮਾਪਤ ਕੀਤੀ। ਜੋ ਉਹ ਡੈਸਟੀਨੇਸ਼ਨ ਤੱਕ ਸਪਰਮ ਨੇ ਪਹੁੰਚਣਾ ਸੀਗਾ, ਉਹ ਸਾਰਾ ਅਸੀਂ ਹੱਲ ਕਰ ਲਿਆ। ਅੱਜ ਅਸੀਂ ਦੂਸਰੇ ਪਾਰਟ ਦੀ ਡਿਸਕਸ਼ਨ ਕਰਨੀ ਹੈ, ਫੀਮੇਲ ਦੀ। ਔਰ ਫੀਮੇਲ ਦੀ ਡਿਸਕਸ਼ਨ ਕਰਦਿਆਂ ਹੋਇਆਂ, ਕਿਉਂਕਿ ਇਹ ਬਹੁਤ ਜ਼ਰੂਰੀ ਗੱਲਾਂ ਹਨ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਨੂੰ, ਬੱਚੀਆਂ ਨੂੰ ਜਾਣਨੀਆਂ ਹਨ, ਜ਼ਰੂਰੀ ਹਨ, ਕਿਉਂਕਿ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੈਗੀਆਂ ਨੇ, ਉਹਨਾਂ ਨੇ ਵਾਬਸਤਾ ਹੋਣਾ ਇਸ ਗੱਲ ਦੇ ਨਾਲ। ਔਰ ਬਹੁਤ ਸਾਰੀਆਂ ਐਸੀਆਂ ਮਿੱਥਾਂ ਜਿਹੜੀਆਂ ਹੁਣ ਤੱਕ ਬਣੀਆਂ ਹੋਈਆਂ ਨੇ ਸਾਡੇ ਸਮਾਜ ਦੇ ਵਿੱਚ ਤੇ ਸਾਡੀ ਔਰਤ ਦੇ ਖਿਲਾਫ ਜਾਂਦੀਆਂ ਨੇ, ਉਹਨਾਂ ਸਾਰੀਆਂ ਦਾ ਨਿਵਾਰਨ ਵੀ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹੋਣਾ ਹੈ। ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੂੰ ਇਹ ਪ੍ਰੋਗਰਾਮ ਸੁਣਨੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਬਾਰੇ ਜਾਣ ਸਕਣ। ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਫੀਮੇਲ ਜੈਨੀਟਲ ਆਰਗਨਸ ਕਿਹੜੇ ਕਿਹੜੇ ਹੈਗੇ ਆ। ਜਿਵੇਂ ਅਸੀਂ ਦੱਸਿਆ ਸੀ ਕਿ ਆਦਮੀ ਦੇ ਜਨਨ ਅੰਗ ਕੁਛ ਬਾਹਰ ਹਨ ਤੇ ਇੱਕ ਪ੍ਰੋਸਟੇਟ ਅੰਦਰ ਹੈ, ਪਰ ਔਰਤ ਦੇ ਅੰਗ ਜ਼ਿਆਦਾਤਰ ਅੰਦਰ ਹਨ ਤੇ ਬਾਹਰ ਬਹੁਤ ਘੱਟ ਹਨ। ਜੋ ਅੰਗ ਸਾਨੂੰ ਬਾਹਰ ਦਿਖਾਈ ਦਿੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਵਲਵਾ, ਐਕਸਟਰਨਲ ਜੈਨੀਟਲ ਆਰਗਨਸ ਆਫ ਫੀਮੇਲਸ, ਉਹਨਾਂ ਨੂੰ ਅਸੀਂ ਕਹਿੰਦੇ ਆ ਵਲਵਾ। ਔਰ ਉਸ ਵਲਵਾ ਦੀ ਡਿਸਕ੍ਰਿਪਸ਼ਨ ਅਸੀਂ ਅੱਜ ਤੁਹਾਡੇ ਸਾਹਮਣੇ ਕਰਨੀ ਹੈ ਕਿ ਸਭ ਤੋਂ ਪਹਿਲਾਂ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਮਰਦ ਪਾਰਟ ਦੇ ਵਿੱਚ ਵੇਖਿਆ ਸੀ ਨਾ, ਕਿ ਜਿੱਥੇ ਅਸੀਂ ਬੈਲਟ ਬੰਨ੍ਹਨੇ ਆ ਸਾਹਮਣੇ ਵਾਲੇ ਪਾਸੇ, ਤੇ ਉੱਥੇ ਇੱਕ ਹੱਡੀ ਹੁੰਦੀ ਹੈ ਸਿੰਫਾਈਸਿਸ ਪਿਊਬਿਸ। ਉਸ ਸਿੰਫਾਈਸਿਸ ਪਿਊਬਿਸ ਦੇ ਉੱਪਰ ਇੱਕ ਫੈਟੀ ਮਾਸ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਮੌਸ ਪਿਊਬਿਸ। ਮੌਸ ਪਿਊਬਿਸ ਤੋਂ ਦੋਵੇਂ ਪਾਸੇ ਹੀ ਮਾਸ ਦੀ ਮੋਟੀ ਤਹਿ ਹੇਠਾਂ ਵੱਲ ਨੂੰ ਆਉਂਦੀ ਹੈ, ਟੱਟੀ ਵਾਲੇ ਰਸਤੇ ਨੂੰ, ਔਰ ਉਸ ਨੂੰ ਅਸੀਂ ਕਹਿੰਦੇ ਆ ਲੇਬੀਆ ਮੇਜੋਰਾ, ਵੱਡੇ ਬੁੱਲ ਪੰਜਾਬੀ 'ਚ ਕਹਿ ਸਕਦੇ ਹੋ ਤੁਸੀਂ ਕਿ ਉਹ ਵੱਡੇ ਬੁੱਲ ਹਨ। ਔਰ ਉਹ ਹੇਠਾਂ ਵਾਲੇ ਪਾਸੇ ਜਾ ਕੇ ਆਪਸ ਵਿੱਚ ਮਿਲਦੇ ਹਨ। ਉਹਨਾਂ ਦੇ ਬਿਲਕੁਲ ਅੰਦਰ ਲੁਕੇ ਹੋਏ ਦੋ ਛੋਟੇ ਹੋਰ ਬੁੱਲ ਹੁੰਦੇ ਨੇ ਜਿਨ੍ਹਾਂ ਦਾ ਰੰਗ ਪਿੰਕ ਹੁੰਦਾ ਹੈ। ਦੋਹਾਂ ਦੇ ਵਿੱਚ ਫਰਕ ਕੀ ਹੈ? ਇਸ ਨੂੰ ਕਹਿੰਦੇ ਨੇ ਲੇਬੀਆ ਮਾਈਨੋਰਾ, ਛੋਟੇ ਬੁੱਲ। ਸੋ ਵੱਡੇ ਬੁੱਲਾਂ ਦੇ ਹੇਠਾਂ ਹੀ ਲੁਕੇ ਹੋਏ ਇਹ ਛੋਟੇ ਬੁੱਲ ਹੁੰਦੇ ਆ। ਵੱਡੇ ਬੁੱਲਾਂ ਦੇ ਉੱਪਰ ਤੇ ਮੌਸ ਪਿਊਬਸ, ਜਿਹਨੂੰ ਅਸੀਂ ਕਿਹਾ ਹੈ ਕਿ ਉੱਪਰ ਵਾਲਾ ਮਾਊਂਟ ਇੱਕ ਫੈਟੀ ਮਾਸ ਬਣਿਆ ਹੁੰਦਾ ਜਿੱਥੋਂ ਵੱਡੇ ਬੁੱਲ ਸ਼ੁਰੂ ਹੁੰਦੇ ਨੇ, ਉਹਨਾਂ ਦੇ ਉੱਪਰ ਹੇਅਰਸ ਹੁੰਦੇ ਨੇ, ਉਹਨਾਂ ਦੇ ਉੱਪਰ ਵਾਲ ਹੁੰਦੇ ਨੇ। ਜਿਵੇਂ ਆਮ ਮੇਲ ਟੈਸਟਸ ਦੇ ਵਿੱਚ ਜਾਂ ਮੇਲ ਪਿਊਬਸ ਏਰੀਏ ਦੇ ਵਿੱਚ ਅਸੀਂ ਵਾਲ ਦੱਸੇ ਸੀ, ਉਸੇ ਤਰ੍ਹਾਂ ਦੇ ਹੀ ਵਾਲ ਇੱਥੇ ਵੀ ਹੁੰਦੇ ਨੇ। ਔਰ ਕਈ ਵੇਰਾਂ ਡਾਇਰੈਕਸ਼ਨ ਜਿਹੜੀ ਹੈ ਉਹ ਵੱਖਰੀ ਹੋ ਜਾਂਦੀ ਹੈ, ਕਿ ਵੈਸੇ ਇਹ ਜ਼ਰੂਰੀ ਨਹੀਂ, ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਪਰ ਕਈ ਵੇਰਾਂ ਔਰਤਾਂ ਦੇ ਜਿਹੜੇ ਹੇਅਰਸ ਨੇ ਉਹ ਜ਼ਿਆਦਾਤਰ ਸਾਰੇ ਵੈਜਾਈਨਲ ਏਰੀਏ ਨੂੰ ਕਵਰ ਕਰਨ ਵਾਲੇ ਪਾਸੇ ਹੁੰਦੇ ਨੇ। ਕਿ ਲੇਬੀਆ ਮੇਜੋਰਾ ਦੇ ਜਿਹੜੇ ਵਾਲ ਹੁੰਦੇ ਨੇ ਉਹ ਸਾਈਡਾਂ ਤੋਂ ਅੰਦਰ ਨੂੰ ਆਉਂਦੇ ਨੇ, ਜਿਹੜੇ ਉੱਪਰ ਵਾਲੇ ਮੌਸ ਪਿਊਬਸ ਦੇ ਵਾਲ ਹੁੰਦੇ ਨੇ ਉਹ ਉੱਪਰ ਤੋਂ ਹੇਠਾਂ ਵੱਲ ਆਉਂਦੇ ਨੇ। ਪਰ ਮਰਦਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪੱਕੀ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਕਿ ਉਹਨਾਂ ਨੇ ਅੰਦਰ ਨੂੰ ਹੀ ਆਉਣਾ ਹੈ। ਕਹਿਣ ਤੋਂ ਭਾਵ ਹੈ ਵੀ ਕੁਦਰਤ ਦਾ ਖੁਦ ਆਪਣਾ ਨਿਯਮ ਇਹ ਕਹਿੰਦਾ ਆ ਕਿ ਉਸ ਨੇ ਇਹਨਾਂ ਜਨਨ ਅੰਗਾਂ ਨੂੰ ਢੱਕਣਾ ਹੈ। ਸੋ ਲੇਬੀਆ ਮੇਜੋਰਾ ਦੇ ਹੇਠਾਂ ਹੈ ਲੇਬੀਆ ਮਾਈਨੋਰਾ। ਲੇਬੀਆ ਮਾਈਨੋਰਾ ਜਿੱਥੇ ਜਾ ਕੇ ਆਪਸ ਵਿੱਚ ਮਿਲਦੇ ਨੇ, ਔਰ ਇਹ ਜੰਕਸ਼ਨ ਹੈ ਜਿੱਥੇ ਲੇਬੀਆ ਵੱਡੇ ਬੁੱਲ ਤੇ ਛੋਟੇ ਬੁੱਲ, ਮੈਂ ਪੰਜਾਬੀ 'ਚ ਕਹਿੰਦਾ ਜਾਵਾਂ, ਜਿੱਥੇ ਆਪਸ ਜਾ ਕੇ ਮਿਲਦੇ ਨੇ, ਉਹਦੇ ਹੇਠਾਂ ਇੱਕ ਹੋਰ ਏਰੀਆ ਜਗ੍ਹਾ ਬਚ ਜਾਂਦੀ ਹੈ ਚੌਰਸ ਟਾਈਪ ਦੀ, ਜਿਹੜੀ ਟੱਟੀ ਵਾਲੇ ਰਸਤੇ ਤੇ ਵੈਜਾਈਨਲ ਏਰੀਏ ਦੇ ਵਿਚਕਾਰ ਬਚਦੀ ਹੈ। ਉਸ ਨੂੰ ਅਸੀਂ ਕਹਿੰਦੇ ਹਾਂ ਪ੍ਰੀਨੀਅਮ। ਇਹ ਦੱਸਣਾ ਇਸ ਕਰਕੇ ਬੜਾ ਜ਼ਰੂਰੀ ਹੋ ਗਿਆ ਪ੍ਰੀਨੀਅਮ ਨੂੰ, ਕਿਉਂਕਿ ਬਹੁਤ ਸਮੇਂ ਤੱਕ ਤੇ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀਗੀ।
ਲੇਕਿਨ ਹੁਣ ਜਿੰਨੇ ਵੀ ਯੂਰਾਲੋਜਿਸਟ ਰਿਸਰਚ ਕਰ ਰਹੇ ਨੇ ਜਾਂ ਸੈਕਸ ਸੰਬੰਧਾਂ ਦੇ ਉੱਪਰ ਰਿਸਰਚ ਕਰ ਰਹੇ ਨੇ, ਉਹਨਾਂ ਸਾਰਿਆਂ ਨੇ ਇਹ ਵੇਖਿਆ ਕਿ ਇਹ ਪ੍ਰੀਨੀਅਮ ਏਰੀਏ ਦੇ ਵਿੱਚੋਂ ਹੀ ਜਿੰਨੀਆਂ ਨਰਵਸ ਤੇ ਬਲੱਡ ਵੈਸਲ ਸਾਡੇ ਇਸ ਸੈਕਸ਼ੂਅਲ ਪਾਰਟ ਨੂੰ ਸਪਲਾਈ ਕਰਦੀਆਂ ਨੇ, ਵੀ ਖੂਨ ਸਪਲਾਈ ਕਰਦੀਆਂ ਨੇ, ਨਰਵਸ ਸਿਸਟਮ ਸੈਂਸੇਸ਼ਨ ਸਪਲਾਈ ਕਰਦੀਆਂ ਨੇ, ਉਹ ਸਾਰੀਆਂ ਇੱਥੋਂ ਹੋ ਕੇ ਲੰਘਦੀਆਂ ਨੇ। ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਭਾਈ ਇਹ ਸਟਿਮੂਲੇਸ਼ਨ ਦਾ ਏਰੀਆ ਹੈ। ਇਹ ਅੱਜ ਕੱਲ੍ਹ ਦੀ ਨਵੀਂ ਰਿਸਰਚ ਦੇ ਮੁਤਾਬਕ ਆਇਆ ਹੈ। ਪਹਿਲਾਂ ਇਸ ਨੂੰ ਨੈਗੇਟਿਵ ਹੀ ਸਮਝਿਆ ਜਾਂਦਾ ਸੀ। ਸਟਾਰਟਿੰਗ ਦੇ ਵਿੱਚ, ਸ਼ੁਰੂਆਤ ਦੇ ਵਿੱਚ ਇਹਦੇ ਤੇ ਕੋਈ ਵਾਲ ਨਹੀਂ ਹੁੰਦੇ, ਬਾਅਦ ਵਿੱਚ ਵਿਰਲੇ ਸਾਈਡਾਂ ਦੇ ਉੱਪਰ ਵਾਲ ਇਹਦੇ ਹੋਣੇ ਸ਼ੁਰੂ ਹੋ ਜਾਂਦੇ ਨੇ, ਜਿਸ ਤਰ੍ਹਾਂ ਹਾਰਮੋਨਸ ਵਧਣੇ ਸ਼ੁਰੂ ਹੁੰਦੇ ਆ। ਸਟਾਰਟਿੰਗ ਦੇ ਵਿੱਚ ਜਦੋਂ ਹਾਰਮੋਨ ਪੂਰੇ ਨਹੀਂ ਹੁੰਦੇ ਉਸ ਵੇਲੇ ਦੇ ਉੱਪਰ ਕੋਈ ਵਾਲ ਨਹੀਂ ਹੁੰਦੇ, ਪਰ ਇਹਦੇ ਹੇਠੋਂ ਦੀ ਸਕਿਨ ਦੇ, ਇਹਦੇ ਹੇਠੋਂ ਦੀ ਨਰਵਸ ਸਿਸਟਮ ਲੰਘਦਾ ਆ, ਜਿਹੜਾ ਸਾਡੇ ਸੈਕਸ਼ੂਅਲ ਆਰਗਨ ਨੂੰ ਸਪਲਾਈ ਕਰਦਾ ਹੈ, ਔਰ ਖੂਨ ਦੀਆਂ ਨਾੜੀਆਂ ਲੰਘਦੀਆਂ ਨੇ ਜਿਹੜੀਆਂ ਸਾਡੇ ਸੈਕਸ਼ੂਅਲ ਸਿਸਟਮ ਨੂੰ ਖੂਨ ਸਪਲਾਈ ਕਰਦੀਆਂ ਨੇ। ਸੋ ਇਸੇ ਕਰਕੇ ਹੀ ਇਸ ਨੂੰ ਬਹੁਤ ਇੰਪੋਰਟੈਂਟ ਤੌਰ ਤੇ, ਖਾਸ ਤੌਰ ਤੇ ਫੀਮੇਲ ਦੇ ਵਿੱਚ, ਔਰਤਾਂ ਦੇ ਵਿੱਚ ਇਸ ਨੂੰ ਕੰਸੀਡਰ ਕੀਤਾ ਜਾਂਦਾ ਹੈ ਇਹਨਾਂ ਜਨਨ ਅੰਗਾਂ ਦਾ ਹੀ ਇੱਕ ਪਾਰਟ। ਔਰ ਉਸ ਤੋਂ ਬਾਅਦ ਜਦੋਂ ਅਸੀਂ ਮੌਸ ਪਿਊਬਸ ਤੋਂ ਹੇਠਾਂ ਆਉਂਦੇ ਹਾਂ, ਵੱਡੇ ਬੁੱਲਾਂ ਨੂੰ ਥੋੜਾ ਸੈਪਰੇਟ ਕੀਤਾ ਤੇ ਮੌਸ ਪਿਊਬਸ ਤੋਂ ਹੇਠਾਂ ਆਉਂਦੇ ਹਾਂ, ਤੇ ਉਸ ਵੇਲੇ ਸਾਨੂੰ ਇੱਕ ਰੈਕਟਾਈਲ ਟਿਸ਼ੂ, ਜਿਸ ਤਰ੍ਹਾਂ ਕੋਈ ਮੌਕਾ ਹੁੰਦਾ ਆ, ਲਾਈਕ ਦੈਟ ਕਿ ਸਕਿਨ ਦੇ ਉੱਪਰ ਮੌਕਾ ਉੱਭਰਿਆ ਹੋਇਆ ਹੁੰਦਾ ਆ, ਉਹ ਸਾਨੂੰ ਦਿਖਾਈ ਦਿੰਦਾ ਆ। ਉਹ ਰੈਕਟਾਈਲ ਟਿਸ਼ੂ ਦਾ ਬਣਿਆ ਹੁੰਦਾ। ਰੈਕਟਾਈਲ ਟਿਸ਼ੂ ਦਾ ਮਤਲਬ ਇਹ ਹੁੰਦਾ ਕਿ ਉਹਦੇ 'ਚ ਸੈਂਸੇਸ਼ਨ ਵੀ ਹੈ, ਉਹਦੇ ਵਿੱਚ ਇਰੈਕਸ਼ਨ ਵੀ ਹੈ। ਜਸਟ ਲਾਈਕ ਆਦਮੀ ਦੀ ਇੰਦਰੀ ਦੇ ਮੁਤਾਬਕ ਹੀ ਇਹਦੇ ਵਿੱਚ ਉਹ ਸਾਰੇ ਸੈਂਸੇਸ਼ਨ ਤੇ ਫੀਲਿੰਗਸ ਹੁੰਦੇ ਨੇ। ਇਹਨੂੰ ਅਸੀਂ ਕਹਿੰਦੇ ਹਾਂ ਕਲਾਈਟੋਰਿਸ। ਬੇਸ਼ੱਕ ਆਦਮੀ ਦੀ ਇੰਦਰੀ ਦੀ ਬਣਤਰ ਤੇ ਆਦਮੀ ਦੀ ਇੰਦਰੀ ਦਾ ਜਿਹੜਾ ਲੈਂਥ ਸੀਗੀ ਉਹ ਵੱਖਰੀ ਸੀ, ਪਰ ਇਹਦੀ ਜਿਹੜੀ ਲੈਂਥ ਹੈ ਉਹ ਆਮ ਤੌਰ ਤੇ 1 ਤੋਂ ਲੈ ਕੇ 1.5 ਸੈਂਟੀਮੀਟਰ ਤੱਕ ਨਾਰਮਲ ਹੁੰਦੀ ਹੈ। ਕੁਝ ਹਾਲਾਤਾਂ ਦੇ ਵਿੱਚ ਹਾਰਮੋਨਲ ਐਕਟੀਵਿਟੀ ਦੇ ਕਰਕੇ ਜਾਂ ਸੈਕਸ਼ੂਅਲ ਐਕਟੀਵਿਟੀ ਦੇ ਕਰਕੇ ਇਹ ਲੈਂਥ ਜਿਹੜੀ ਹੈ ਵੱਧ ਹੋ ਜਾਂਦੀ ਹੈ, ਘੱਟ ਵੀ ਹੋ ਸਕਦੀ ਹੈਗੀ ਹੈ, ਪਰ ਨਾਰਮਲ ਜਿਹੜੀ ਲੈਂਥ ਹੈ ਉਹ 1 ਸੈਂਟੀਮੀਟਰ ਤੋਂ ਲੈ ਕੇ 1.5 ਸੈਂਟੀਮੀਟਰ ਤੱਕ ਇਹਦੀ ਲੈਂਥ ਹੁੰਦੀ ਹੈ। ਔਰ ਇਹਦੇ ਵਿੱਚ ਆਦਮੀ ਦੀ ਇੰਦਰੀ ਦੇ ਮੁਤਾਬਕ ਹੀ ਐਕਸਾਈਟਮੈਂਟ ਪੈਦਾ ਹੁੰਦਾ ਹੈ, ਇਰੈਕਸ਼ਨ ਹੁੰਦਾ ਹੈ, ਹਾਰਡਨੈਸ ਹੁੰਦੀ ਹੈ। ਇਹਦੇ ਉੱਪਰ ਵੀ ਜਿਸ ਤਰ੍ਹਾਂ ਅਸੀਂ ਸਮਝਿਆ ਸੀਗਾ ਕਿ ਆਦਮੀ ਦੇ ਇੰਦਰੀ ਦੇ ਉੱਪਰ ਅੱਗਰ ਵਾਲੇ ਹਿੱਸੇ ਦੇ ਉੱਪਰ ਇੱਕ ਮਾਸ ਪਰਦਾ ਚੜ੍ਹਿਆ ਹੁੰਦਾ, ਜਿਹਨੂੰ ਅਸੀਂ ਪ੍ਰੀਪਸ ਕਿਹਾ ਸੀਗਾ, ਇਹਦੇ ਉੱਪਰ ਵੀ ਇੱਕ ਮਾਸ ਪਰਦਾ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਮੌਸ ਪਿਊਬਸ ਤੋਂ ਹੇਠਾਂ ਵਾਲੇ ਪਾਸੇ ਆਉਂਦਾ। ਤੁਸੀਂ ਇਹ ਕਹਿ ਸਕਦੇ ਹੋ ਕਿ ਛੋਟੇ ਬੁੱਲਾਂ ਦਾ ਹੀ ਇੱਕ ਹਿੱਸਾ ਹੈਗਾ ਆਖਰੀ, ਜਿਹੜਾ ਇਸ ਨੂੰ ਕਵਰ ਕਰਦਾ ਹੈ, ਤੇ ਉਹ ਪ੍ਰੀਪਸ ਬਣ ਜਾਂਦਾ ਇਹਦਾ ਉੱਪਰ ਵਾਲਾ ਢੱਕਣ ਵਾਲਾ ਪਰਦਾ। ਜਦੋਂ ਅਸੀਂ ਇਸ ਮੌਕੇ ਵਰਗੀ ਜਗ੍ਹਾ, ਜਿਹਨੂੰ ਅਸੀਂ ਕਲਾਈਟੋਰਿਸ ਕਿਹਾ ਹੈ, ਇਸ ਨੂੰ ਅਗਰ ਥੋੜਾ ਜਿਹਾ ਸੈਪਰੇਟ ਕਰਦੇ ਆ, ਉੱਪਰ ਨੂੰ ਉਠਾਉਣੇ ਆ ਉਂਗਲੀ ਦੇ ਨਾਲ, ਤੇ ਉਹਦੇ ਹੇਠਾਂ ਹੀ ਸਾਡੀ ਯੂਰੇਥਰਾ ਹੁੰਦੀ ਹੈ, ਭਾਵ ਪਿਸ਼ਾਬ ਵਾਲਾ ਓਪਨਿੰਗ ਹੁੰਦਾ ਹੈ, ਜਿੱਥੋਂ ਆਮ ਤੌਰ ਤੇ ਔਰਤਾਂ ਨੇ ਪਿਸ਼ਾਬ ਕਰਨਾ ਹੁੰਦਾ ਹੈ। ਇਹ ਅਸੀਂ ਸਾਰਿਆਂ ਨੇ ਜਾਣ ਲਿਆ ਵੀ ਮਰਦ ਦਾ ਪਿਸ਼ਾਬ ਤੇ ਵੀਰਜ ਇੱਕੋ ਹੀ ਥਾਂ ਤੇ ਨਿਕਲਦਾ ਹੈਗਾ। ਮਰਦ ਦਾ ਸੈਕਸ ਅੰਗ ਇੱਕੋ ਹੀ ਹੈ, ਪਰ ਔਰਤ ਦੇ ਸਰੀਰ ਵਿੱਚ ਇਹ ਅਲੱਗ-ਅਲੱਗ ਚੀਜ਼ਾਂ ਹਨ। ਪਿਸ਼ਾਬ ਵਾਲਾ ਓਪਨਿੰਗ ਜਿਹੜਾ ਹੈ ਉਹ ਵੱਖਰਾ ਹੈ, ਔਰ ਜਿਹੜਾ ਸੈਕਸ ਵਾਲਾ ਜਾਂ ਬੱਚੇ ਦੇ ਜਨਮ ਦੇਣ ਵਾਲਾ ਓਪਨਿੰਗ ਹੈ ਉਹ ਵੱਖਰਾ ਹੈ। ਦੋਵੇਂ ਅਲੱਗ-ਅਲੱਗ ਚੀਜ਼ਾਂ ਹਨ ਔਰ ਬਹੁਤ ਸਿਰੇ ਤੇ ਹਨ। ਭਾਵ ਕਿ ਜਿਹੜਾ ਅਸੀਂ ਛੋਟੇ ਬੁੱਲ ਗਿਣੇ ਆ ਕਲਾਈਟੋਰਸ ਦੇ ਹੇਠਾਂ, ਇਹ ਉਸ ਥਾਂ ਤੇ ਯੂਰੇਥਰਲ ਓਪਨਿੰਗ ਹੈ, ਭਾਵ ਪਿਸ਼ਾਬ ਨਾਲੀ ਉੱਥੇ ਹੈਗੀ ਹੈ, ਪਰ ਜਿਹੜਾ ਸਾਡਾ ਸੈਕਸ ਪਾਰਟ ਹੈਗਾ, ਜਿਹਨੂੰ ਅਸੀਂ ਵਜਾਈਨਾ ਕਹਿੰਦੇ ਆ, ਉਹ ਇਸ ਤੋਂ ਹੇਠਾਂ ਵਾਲੇ ਪਾਸੇ ਹੈ। ਸੋ ਜਿਹੜਾ ਹਾਂਜੀ ਹਾਂ, ਜਿਹੜਾ ਵਜਾਈਨਲ ਓਪਨਿੰਗ ਹੈ ਉਹ ਆਮ ਤੌਰ ਤੇ ਛੋਟੇ ਬੁੱਲਾਂ ਨਾਲ ਹਮੇਸ਼ਾ ਹੀ ਢੱਕਿਆ ਰਹਿੰਦਾ ਹੈ। ਇਹ ਪਿੰਕ ਕਲਰ ਦੇ ਬੁੱਲ ਹੁੰਦੇ ਨੇ, ਬੜੇ ਸੈਂਸਿਟਿਵ ਪਾਰਟ ਹੁੰਦਾ ਹੈ, ਔਰ ਇਹ ਜਿਹੜਾ ਵਜਾਈਨਲ ਏਰੀਆ ਹੈ ਉਹਦੇ ਰਾਹੀਂ ਇੱਕ ਢੱਕਿਆ ਹੁੰਦਾ ਹੈ। ਠੀਕ ਇਸ ਤੇ ਜਦੋਂ ਅਸੀਂ ਇਹਨੂੰ ਸੈਪਰੇਟ ਕਰਦੇ ਹਾਂ, ਔਰ ਇਹਦੇ 1 ਇੰਚ ਅੰਦਰ ਇਹ ਬੁੱਲਾਂ ਨੂੰ ਪਾਸੇ ਕਰਨ ਤੋਂ ਬਾਅਦ ਵਜਾਈਨਲ ਓਪਨਿੰਗ ਸਾਨੂੰ ਦਿਖਾਈ ਦਿੰਦਾ ਹੈ, ਔਰ ਉਸ ਨੂੰ ਪਾਸੇ ਕਰਨ ਤੋਂ ਬਾਅਦ ਸਾਨੂੰ ਦਿਖਾਈ ਦਿੰਦਾ ਹੈ 1 ਇੰਚ ਅੰਦਰ ਡੀਪ ਇੱਕ ਮੈਂਬਰੇਨ ਹੈ, ਜਿਹੜਾ ਇੰਜ ਕਹਿ ਲਓ ਕਿ ਦਰਵਾਜ਼ਾ ਬੰਦ ਹੈ, ਰਸਤਾ ਨਹੀਂ ਹੈ, ਅੰਦਰ ਜਾਣ ਦਾ ਕੋਈ ਰਸਤਾ ਨਹੀਂ ਹੈ। ਇੱਕ ਬਹੁਤ ਵੱਡਾ ਭਰਮ ਭੁਲੇਖਾ ਜਿਹੜਾ ਹੁਣ ਤੱਕ ਚੱਲਦਾ ਰਿਹਾ, ਔਰ ਬਹੁਤ ਸਾਰੀਆਂ
ਲੜਕੀਆਂ ਬੱਚੀਆਂ ਦਾ ਜੀਵਨ ਇਸ ਕਰਕੇ ਖਰਾਬ ਹੋਇਆ ਕਿ ਆਮ ਤੌਰ ਤੇ ਪਹਿਲੇ ਜ਼ਮਾਨਿਆਂ ਦੇ ਵਿੱਚ ਇਹ ਸਮਝਿਆ ਜਾਂਦਾ ਸੀ ਬਈ ਭਾਈ ਪਹਿਲੀ ਰਾਤ ਜਦ ਮੈਰਿਜ ਹੁੰਦੀ ਹੈ ਤੇ ਲੜਕੀ ਦੇ ਹੇਠਾਂ ਚਿੱਟੀ ਚਾਦਰ ਵਿਛਾਈ ਜਾਂਦੀ ਹੈ। ਅਗਰ ਉਹਦੇ ਪਹਿਲੇ ਸੈਕਸ ਸੰਬੰਧਾਂ ਦੇ ਵਿੱਚ ਖੂਨ ਨਹੀਂ ਆਇਆ, ਭਾਵ ਉਹ ਪਰਦਾ, ਉਹ ਹਾਈਮਨ ਜਿਹੜਾ ਵਜਾਈਨਲ ਰੂਮ ਮੂੰਹ ਦੇ ਅੱਗੇ ਲੱਗਾ ਹੋਇਆ ਹੈ, ਅਗਰ ਉਹ ਨਹੀਂ ਫਟਿਆ ਤਾਂ ਉਹਨੂੰ ਕਹਿੰਦੇ ਸੀ ਵੀ ਭਾਈ ਇਹ ਲੜਕੀ ਵਰਜਿਨਿਟੀ ਨਹੀਂ ਹੈ, ਕੁਆਰੀ ਨਹੀਂ ਹੈ ਜਾਂ ਸ਼ਰੀਫ ਨਹੀਂ ਹੈ। ਇਸ ਨੂੰ ਔਰਤ ਦੀ ਸ਼ਰਾਫਤ ਦੇ ਨਾਲ ਜੋੜਿਆ ਜਾਂਦਾ ਸੀ। ਪਰ ਮੈਡੀਕਲ ਸਾਇੰਸ ਨੇ ਜਾਂ ਹੁਣ ਦੀ ਰਿਸਰਚ ਨੇ ਜਾਂ ਹੁਣ ਜੋ ਵੀ ਕੋਈ ਸਾਡੇ ਸਾਹਮਣੇ ਆਇਆ ਉਹਨੇ ਇਹ ਵੇਖਿਆ ਕਿ ਨਹੀਂ, ਬੱਚੀਆਂ ਐਕਸਰਸਾਈਜ਼ ਵੀ ਕਰਦੀਆਂ ਨੇ, ਬੱਚੀਆਂ ਸਾਈਕਲਿੰਗ ਵੀ ਕਰਦੀਆਂ ਨੇ, ਬੱਚੀਆਂ ਹੋਰ ਬਹੁਤ ਤਰ੍ਹਾਂ ਦੀਆਂ ਐਕਰੋਬਿਕ ਐਕਸਰਸਾਈਜ਼ਸ ਵੀ ਕਰਦੀਆਂ ਨੇ। ਉਹਨਾਂ ਦੇ ਕਰਕੇ ਇਹ ਵੀਕ ਥਿਨ ਪਰਦਾ ਜਿਹੜਾ ਆ ਉਹ ਫਟ ਵੀ ਸਕਦਾ ਹੈਗਾ। ਇਹਦੇ ਵਿੱਚ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਕਿਸੇ ਦੀ ਵਰਜਿਨਿਟੀ ਜਾਂ ਕਿਸੇ ਦੀ ਇਮਾਨਦਾਰੀ ਨੂੰ ਤੁਸੀਂ ਇਸ ਹਾਈਮਨ ਦੇ ਨਾਲ ਪਰਖੋ। ਇਹ ਇਸ ਤਰ੍ਹਾਂ ਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਚਲੋ ਅੱਗੇ ਚੱਲਦੇ ਹਾਂ ਕਿ ਇਹ ਜਿਹੜਾ ਹਾਈਮਨ ਹੈ, ਪੰਜਾਬੀ 'ਚ ਪਹਿਲਾਂ ਇਹਨੂੰ ਕੁਆਰਪਣ ਦਾ ਪਰਦਾ ਕਹਿੰਦੇ ਸੀ, ਪਰ ਅੱਜ ਕਿਉਂਕਿ ਅਸੀਂ ਟਰਮ ਬਦਲ ਦਿੱਤੀ, ਅੱਜ ਕਿਉਂਕਿ ਅਸੀਂ ਇਹਦੇ ਹਾਲਾਤ ਬਦਲ ਦਿੱਤੇ ਵੀ ਨਹੀਂ, ਐਸੀ ਇਹ ਗੱਲ ਨਹੀਂ ਹੈ, ਇਹ ਵਰਜਿਨਿਟੀ ਨਹੀਂ ਹੈ ਕਿਸੇ ਦੇ ਕੁਆਰਪਣ ਦਾ, ਇਹ ਕੋਈ ਪੱਕਾ ਵੱਡਾ ਪੈਮਾਨਾ ਨਹੀਂ ਹੈ। ਇਸ ਕਰਕੇ ਅਸੀਂ ਇਹਨੂੰ ਹਾਈਮਨ ਕਹਿ ਕੇ, ਉਹ ਪਰਦਾ ਹੀ ਕਹਿ ਕੇ ਚੱਲਾਂਗੇ। ਤੇ ਇਸ ਪਰਦੇ ਦੇ ਵਿੱਚ ਇੱਕ ਸੁਰਾਖ ਹੁੰਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਮੂਨ ਟਾਈਪ ਓਪਨਿੰਗ। ਚੰਦਰਮਾ ਜਿਵੇਂ ਚੰਦ ਸਾਨੂੰ ਦਿਖਾਈ ਦਿੰਦਾ ਨਾ, ਅੱਧਾ ਚੰਦ ਹੁੰਦਾ ਹੈ, ਤੇ ਇਸ ਤਰ੍ਹਾਂ ਦਾ ਸੁਰਾਖ ਬਣਿਆ ਹੁੰਦਾ ਪ੍ਰਕਾਰ ਦੇ ਮੁਤਾਬਿਕ। ਉਹ ਇਸ ਕਰਕੇ ਹੁੰਦਾ ਹੈ ਕਿ ਜਦੋਂ ਬੱਚੀਆਂ ਨੂੰ ਪਬਰਟੀ ਸਮੇਂ ਕੋਈ ਮੈਂਸਸ ਆਣੇ ਸ਼ੁਰੂ ਹੁੰਦੇ ਨੇ, ਉਸ ਵੇਲੇ ਇਸ ਸੁਰਾਖ ਦੇ ਵਿੱਚੋਂ ਇਹ ਖੂਨ ਪਾਸ ਹੋ ਸਕੇ। ਪਰ ਇਹ ਜਿਹੜਾ ਹਾਈਮਨ ਹੈ, ਇਸ ਹਾਈਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਹਨ। ਇੱਕ ਤੇ ਐਸੇ ਹਾਈਮਨ ਹੁੰਦੇ ਨੇ ਜਿਹੜੇ ਕਿ ਟੋਟਲੀ ਹੀ ਬੰਦ ਹੁੰਦੇ ਨੇ, ਕੋਈ ਸੁਰਾਖ ਨਹੀਂ ਹੁੰਦਾ। ਕੁਝ ਐਸੇ ਹਾਈਮਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਮਲਟੀਪਲ ਛੋਟੇ ਛੋਟੇ ਸੁਰਾਖ ਹੁੰਦੇ ਨੇ, ਉਹਨਾਂ ਨੂੰ ਅਸੀਂ ਕ੍ਰਿਬਰੀ ਫਾਰਮ ਹਾਈਮਨ ਕਹਿੰਦੇ ਆ। ਸਿਰਫ ਇੰਨਾ ਹੀ ਪੰਜਾਬੀ 'ਚ ਸਮਝਦੇ ਲੋਕ ਕਿ ਜ਼ਿਆਦਾ ਸੁਰਾਖ ਹੋਣ, ਛੋਟੇ ਛੋਟੇ ਹੋਣ, ਮਾਈਕਰੋ ਉਹਨੂੰ ਕਹਿ ਸਕਦੇ ਹਾਂ ਅਸੀਂ, ਜਿਹਦੇ ਰਾਹੀਂ ਆਮ ਤੌਰ ਤੇ ਪਿਬਰਟੀ ਸਮੇਂ ਬੱਚੀਆਂ ਨੂੰ ਜਦ ਮੈਂਸਸ ਸ਼ੁਰੂ ਹੁੰਦੇ ਨੇ ਤੇ ਉਸ ਵੇਲੇ ਮੈਂਸਸ ਦਾ ਖੂਨ ਪੂਰੀ ਤਰ੍ਹਾਂ ਪਾਸ ਨਹੀਂ ਕਰਦਾ। ਇਲਾਸਟਿਕ ਹੋਣ ਕਰਕੇ ਉਹਨਾਂ ਬੱਚੀਆਂ ਦੇ ਜਿਨ੍ਹਾਂ ਦਾ ਇਹ ਹਾਈਮਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਜੁੜਿਆ ਹੁੰਦਾ ਹੈ, ਉਹਦੇ ਵਿੱਚ ਕੋਈ ਸੁਰਾਖ ਵੀ ਨਹੀਂ ਹੁੰਦਾ। ਜਿਸ ਕਰਕੇ ਜਦੋਂ ਵੀ ਪਿਬਰਟੀ ਦੀ ਏਜ ਆਉਂਦੀ ਹੈ, ਆਮ ਤੌਰ ਤੇ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਮੌਸਮ ਦੇ ਲਿਹਾਜ਼ ਨਾਲ ਅਸੀਂ ਮੌਸਮ ਦੇ ਲਿਹਾਜ਼ ਦੇ ਮੁਤਾਬਕ ਬੱਚੀਆਂ ਦੇ ਵਿੱਚ ਇਹ ਜਿਹੜੀ ਏਜ ਹੈ ਪਿਬਰਟੀ ਦੀ ਉਹ ਵੱਖ-ਵੱਖ ਸਮਝਦੇ ਹਾਂ। ਨਾਰਮਲ ਜਿਹੜੀ ਏਜ ਵੇਰੀਏਸ਼ਨ ਹੈਗੀ ਹੈ ਉਹ 10 ਤੋਂ 16 ਤੱਕ ਦੀ ਹੈ। ਪਰ ਆਮ ਤੌਰ ਤੇ ਜਿੰਨੇ ਵੀ ਨਾਰਦਰਨ ਕੰਟਰੀਜ਼ ਹਨ, ਜਿਵੇਂ ਸਾਡਾ ਇੰਡੀਆ ਹੈਗਾ ਹੈ ਜਾਂ ਹੋਰ ਸਾਡੇ ਉਹ ਈਰਾਨ, ਇਰਾਕ ਵਗੈਰਾ ਜਿਹੜੇ ਉੱਪਰ ਵਾਲੇ ਕੰਟਰੀ ਹੈਗੇ ਨੇ, ਇਹਨਾਂ ਸਾਰਿਆਂ ਦੇ ਵਿੱਚ ਬੱਚੀਆਂ ਨੂੰ ਆਮ ਤੌਰ ਤੇ 10-11 ਸਾਲ ਦੇ ਵਿੱਚ ਮੈਂਸਸ ਸ਼ੁਰੂ ਹੋ ਜਾਂਦੇ ਆ, ਮਾਸਿਕ ਧਰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿਵੇਂ ਵੈਸਟਰਨ ਕੰਟਰੀਜ਼ ਨੇ, ਇਹਨਾਂ ਦੇ ਵਿੱਚ ਕਈ ਵਾਰ ਨੋਟ ਕੀਤਾ ਗਿਆ ਕਿ 16 ਤੋਂ 18 ਸਾਲ ਤੱਕ ਵੀ ਕਈਆਂ ਬੱਚੀਆਂ ਨੂੰ ਮੈਂਸਸ ਨਹੀਂ ਆਉਂਦੇ। ਇਹ ਇਸ এনवायरमेंट ਦਾ ਫਰਕ ਹੈ ਜਾਂ ਉਹਨਾਂ ਦੇ ਖਾਦ ਖੁਰਾਕ ਦਾ ਫਰਕ ਹੈ। ਪਰ ਅੱਜ ਕੱਲ੍ਹ ਦੀ ਜਿਹੜੀ ਖਾਦ ਖੁਰਾਕ ਹੈ ਉਹਦੇ ਵਿੱਚ ਇਹ ਦੇਖਿਆ ਗਿਆ, ਜਿਸ ਤਰ੍ਹਾਂ ਸਾਰੇ ਹੀ ਫਰਾਈਡ ਫੂਡ ਅਸੀਂ ਖਾਂਦੇ ਹਾਂ, ਸਾਰੇ ਹੀ ਪ੍ਰੀਜ਼ਰਵਡ ਫੂਡ ਅਸੀਂ ਖਾਂਦੇ ਹਾਂ, ਸਾਰਿਆਂ ਦੇ ਵਿੱਚ ਪ੍ਰੀਜ਼ਰਵੇਟਰ ਪੈਂਦਾ ਹੈਗਾ ਔਰ ਉਹਦੇ ਨਾਲ ਹਾਰਮੋਨਲ ਐਕਟੀਵਿਟੀ ਇੰਨੀ ਜ਼ਿਆਦਾ ਸਟਿਮੂਲੇਟ ਹੋ ਜਾਂਦੀ ਹੈ ਕਿ ਬੱਚੀਆਂ ਕਈ 9 ਸਾਲ ਦੀਆਂ ਵੀ ਹੁੰਦੀਆਂ ਨੇ ਔਰ ਉਹਨਾਂ ਨੂੰ ਵੀ ਮੈਂਸਸ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਗੱਲ ਕਰ ਰਿਹਾ ਸਾਂ ਹਾਈਮਨ ਦੀ ਕਿ ਜਦੋਂ ਬੱਚੀਆਂ ਨੂੰ ਮੈਂਸਸ ਆਉਂਦੇ ਨੇ ਉਸ ਵੇਲੇ ਇਸ ਸੁਰਾਖ ਦੇ ਰਾਹੀਂ ਖੂਨ ਬਾਹਰ ਆਉਣਾ ਹੁੰਦਾ ਹੈ। ਜੇ ਤੇ ਸੁਰਾਖ ਇੱਕ ਹੈ ਤੇ ਉਹ ਨਾਰਮਲੀ ਉਹਦੇ ਮੁਤਾਬਕ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਸੁਰਾਖ ਮਲਟੀਪਲ ਤੇ ਬਹੁਤ ਬਰੀਕ ਨੇ, ਉਹਨਾਂ ਦੇ ਵਿੱਚੋਂ ਵੀ ਸੁਰਾਖ ਦੇ ਵਿੱਚੋਂ ਵੀ ਉਹ ਪੂਰਾ ਖੂਨ, ਕਿਉਂਕਿ ਉਹਦੇ ਵਿੱਚ ਹੋਰ ਬਹੁਤ ਕੁਝ ਮਟੀਰੀਅਲ ਮੈਂ ਅੱਗੇ ਦੱਸਣਾ ਕੀ ਨਿਕਲ ਕੇ ਆਉਂਦਾ ਹੈ, ਉਹ ਨਹੀਂ ਲੰਘ ਸਕਦਾ ਤੇ ਉਸ ਵੇਲੇ ਬੱਚੀਆਂ ਨੂੰ ਬਹੁਤ ਦਰਦ ਤੇ ਬਹੁਤ ਤਕਲੀਫ ਹੁੰਦੀ, ਮਾਸਿਕ ਧਰਮ ਬਹੁਤ ਪੇਨਫੁਲ ਹੁੰਦਾ ਹੈ। ਪਰ ਜਿਹੜੇ ਕ੍ਰਿਬਰੀ ਫਾਰਮ ਹਾਈਮਨ, ਜਿਹੜਾ ਸਖਤ ਹਾਈਮਨ ਹੈ ਜਿਹਦੇ ਵਿੱਚ ਕੋਈ ਸੁਰਾਖ ਹੈ ਹੀ ਨਹੀਂ, ਉਸ ਸੁਰਾਖ, ਉਸ ਹਾਲਾਤ ਦੇ ਵਿੱਚ ਕੀ ਹੁੰਦਾ ਹੈ ਕਿ ਮਾਸਿਕ ਧਰਮ ਤੇ ਸ਼ੁਰੂ ਹੋ ਗਿਆ। ਜਿੰਨੇ ਵੀ ਹਾਰਮੋਨ ਸੀ, ਈਸਟ੍ਰੋਜਨ, ਪ੍ਰੋਜੈਸਟਰੋਨ, ਜਿਨ੍ਹਾਂ ਦਾ ਵੇਰਵਾ ਮੈਂ ਅੱਗੇ ਦੇਣਾ ਹੈ ਸਾਰਿਆਂ ਦਾ, ਕਿਵੇਂ ਕਿਵੇਂ ਉਹ ਪੈਦਾ ਹੁੰਦੇ ਨੇ, ਉਹ ਤਾਂ ਸ਼ੁਰੂ ਹੋ ਗਏ।
ਉਹਦੇ ਮੁਤਾਬਕ ਮਾਸਿਕ ਧਰਮ ਦਾ ਖੂਨ ਵੀ ਆਣਾ ਬੱਚੀਆਂ ਨੂੰ ਸ਼ੁਰੂ ਹੋ ਗਿਆ, ਪਰ ਬਾਹਰ ਨਹੀਂ ਨਿਕਲ ਰਿਹਾ। ਜਿਹਦੇ ਵਿੱਚ ਕੀ ਹੁੰਦਾ ਹੈ ਕਿ ਆਮ ਤੌਰ ਤੇ ਬੱਚੀਆਂ ਜਦੋਂ ਵੀ ਉਹ ਮਹੀਨੇ ਦਾ ਚੱਕਰ ਆਉਂਦਾ ਹੈ, ਮਾਸਿਕ ਧਰਮ ਇਹਨੂੰ ਕਹਿੰਦੇ ਆ, ਸਾਈਕਲ ਇਹਨੂੰ ਕਹਿੰਦੇ ਆ, ਕਿ ਸਾਈਕਲ ਦੇ ਤੌਰ ਤੇ ਵਾਪਸ ਆਈ ਜਾਂਦਾ ਹੈਗਾ, ਉਸ ਹਾਲਾਤ ਦੇ ਵਿੱਚ ਜਦੋਂ ਵੀ ਉਹ ਸਾਈਕਲ ਦਾ ਪੀਰੀਅਡ ਆਉਂਦਾ ਹੈ ਬੱਚੀਆਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ, ਬਹੁਤ ਜ਼ਿਆਦਾ ਦਰਦ ਹੁੰਦੀ ਹੈ, ਔਰ ਹੇਠਾਂ ਵਾਲੇ ਪਾਸੇ ਇੱਕ ਬਹੁਤ ਪ੍ਰੈਸ਼ਰ ਬਣਿਆ ਰਹਿੰਦਾ, ਹਮੇਸ਼ਾ ਹੀ ਭਾਰ ਬਣਿਆ ਰਹਿੰਦਾ। ਪਰ ਕੁਦਰਤ ਦਾ ਇੱਕ ਨਿਯਮ ਹੈ ਜਿਹੜਾ ਮੈਂ ਕੱਲ ਸਪਰਮਾਂ ਦੇ ਵਾਸਤੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਸਪਰਮ ਜਿਹੜੇ ਮਰ ਜਾਂਦੇ ਨੇ ਉਹ ਉਸੇ ਸਿਸਟਮ ਦੇ ਵਿੱਚ ਫਿਰ ਦੁਬਾਰਾ ਜਜ਼ਬ ਕਰ ਲਏ ਜਾਂਦੇ ਨੇ, ਅਸਿਮੀਲੇਟ ਹੋ ਜਾਂਦੇ ਨੇ। ਜਿਵੇਂ ਖਾਦ ਸਾਡੀ ਗਲ ਜਾਂਦੀ ਹੈ ਤੇ ਉਸ ਨੂੰ ਕਿਹਾ ਸੀ ਆਟੋਲਾਈਸਿਸ ਦਾ ਪ੍ਰੋਸੈਸ। ਸੋ ਉਸ ਆਟੋਲਾਈਸਿਸ ਦੇ ਪ੍ਰੋਸੈਸ ਦੇ ਮੁਤਾਬਕ ਹੀ ਇਹ ਜਿਹੜਾ ਖੂਨ ਹੈ ਫਿਰ ਹੌਲੀ ਹੌਲੀ ਵੈਜਾਈਨਲ ਏਰੀਏ ਦੇ ਵਿੱਚੋਂ ਹੀ ਉੱਥੇ ਜਿੱਥੇ ਇਕੱਠਾ ਹੋਇਆ ਸੀਗਾ, ਭਾਰ ਪਿਆ ਹੋਇਆ, ਬੱਚੀ ਨੂੰ ਬਹੁਤ ਦਰਦ ਹੋ ਰਹੀ ਹੈ, ਤਕਲੀਫ ਹੈਗੀ ਹੈ, ਹੌਲੀ ਹੌਲੀ ਤਕਲੀਫ ਕੁਝ ਦਿਨਾਂ ਬਾਅਦ ਘੱਟ ਹੋਣੀ ਸ਼ੁਰੂ ਹੋ ਜਾਂਦੀ, ਪਰ ਭਾਰ ਬਣਿਆ ਰਹਿੰਦਾ ਹੈ। ਔਰ ਇਹ ਅਗਲੇ ਆਉਣ ਵਾਲੇ ਮੈਂਸਸ ਤੱਕ ਮਸੇ ਥੋੜਾ ਬਹੁਤ ਰਿਲੀਵ ਹੁੰਦਾ ਹੈ ਤੇ ਉਸ ਤੋਂ ਬਾਅਦ ਫਿਰ ਮੈਂਸਸ ਆ ਜਾਂਦੇ ਨੇ। ਉਸ ਹਾਲਾਤ ਵਿੱਚ ਬੱਚੀਆਂ ਲਗਾਤਾਰ ਹੀ ਤਕਲੀਫ ਦੇ ਵਿੱਚ ਰਹਿੰਦੀਆਂ ਨੇ, ਜਿਹਦੇ ਵਾਸਤੇ ਡਾਕਟਰ ਦੀ ਮਦਦ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ, ਡਾਕਟਰ ਨੂੰ ਵਿਖਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਉਹਦੇ ਰਾਹੀਂ ਕਈ ਵਾਰ ਅਸੀਂ ਇਹ ਕ੍ਰਿਬਰੀਫਾਰਮ ਹਾਈਮਨ ਨੂੰ ਰੈਪਚਰ ਕਰਕੇ ਤੇ ਉਸ ਨੂੰ ਠੀਕ ਕਰਦੇ ਹਾਂ। ਅੱਜ ਕੱਲ੍ਹ ਉਹ ਸ਼ੰਕੀ ਹਜੇ ਵੀ ਬਹੁਤ ਸਾਰੇ ਏਰੀਏ ਹੈਗੇ ਨੇ ਸਰਦਰਸ਼ਨ ਸਿੰਘ ਜੀ ਇਸ ਤਰ੍ਹਾਂ ਦੇ, ਜਿੱਥੇ ਕਿ ਅਜੇ ਇਹ ਉਹੀ ਗੱਲ ਮਾਨਸਿਕਤਾ ਪਾਲੀ ਜਾਂਦੀ ਹੈ ਵੀ ਜੇ ਹਾਈਮਨ ਫਸਟ ਨਾਈਟ ਦੇ ਵਿੱਚ ਨਹੀਂ ਫਟਿਆ ਤੇ ਕਹਾਂਗੇ ਵੀ ਲੜਕੀ ਜਿਹੜੀ ਹੈ ਉਹ ਪਵਿੱਤਰ ਨਹੀਂ ਹੈਗੀ। ਇਸ ਹਾਲਾਤ ਦੇ ਵਿੱਚ ਅੱਜ ਕੱਲ੍ਹ ਦਾ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ, ਬਹੁਤ ਸਾਰੀਆਂ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ। ਡਾਕਟਰਾਂ ਨੇ ਕਲੀਨਿਕਸ ਕਈ ਇਸ ਤਰ੍ਹਾਂ ਦੇ ਖੋਲ੍ਹ ਲਏ ਨੇ ਕਿ ਜਿੱਥੇ ਉਹ ਹਾਈਮਨੋਰਫੀ ਉਹਨੂੰ ਕਹਿੰਦੇ ਨੇ, ਸਰਜਰੀ ਉਸ ਦਾ ਨਾਂ ਹੈ, ਰਿਪੇਅਰ ਦਾ ਨਾਂ ਹੈ ਕਿ ਹਾਈਮਨ ਦੀ ਰਿਪੇਅਰ ਕਰਦੇ ਆ ਕਿ ਭਾਈ ਅਸੀਂ ਇੰਜੋਏ ਕੀਤਾ, ਅਸੀਂ ਜ਼ਿੰਦਗੀ ਤਾਂ ਇੰਜੋਏ ਕੀਤੀ, ਕਾਲਜਾਂ ਕੂਲਜਾਂ 'ਚ ਪੜ੍ਹਦੇ ਹਾਂ, ਜੋ ਵੀ ਕੁਝ ਕੀਤਾ, ਹੁਣ ਮੈਰਿਜ ਹੋਣੀ ਹੈ ਤੇ ਹੁਣ ਕੀ ਹੋਵੇ। ਇਸ ਕਰਕੇ ਜੋ ਹਾਲਾਤ ਬਣ ਗਏ ਉਸੇ ਮੁਤਾਬਕ ਅੱਗੇ ਡਾਕਟਰ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਕਦੇ ਤਾਂ ਇਹ ਕੰਡੀਸ਼ਨ ਸੀ ਕਿ ਜੇ ਹਾਈਮਨ ਸਖਤ ਹੋਇਆ ਤੇ ਨਾ ਫਟਿਆ ਤੇ ਡਾਕਟਰਾਂ ਨੂੰ ਉਹਨੂੰ ਰੈਪਚਰ ਕਰਨਾ ਪੈਂਦਾ ਸੀ, ਤੇ ਕਦੇ ਹੁਣ ਅੱਜ ਇਹ ਕੰਡੀਸ਼ਨ ਆ ਗਈ ਹੈ ਕਿ ਉਸ ਨੂੰ ਰਿਪੇਅਰ ਕਰਨ ਦੀ ਲੋੜ ਪੈ ਜਾਂਦੀ ਕਿ ਮੈਰਿਜ ਤੋਂ ਪਹਿਲਾਂ ਭਾਈ ਰਿਪੇਅਰ ਕਰ ਦਿਓ ਤਾਂ ਕਿ ਜਦ ਲੜਕੀ ਜਾਵੇ ਮੈਰਿਜ ਤੇ ਫਸਟ ਟਾਈਮ ਉਸ ਨੂੰ ਇਹ ਲੱਗੇ ਕਿ ਬਲੀਡਿੰਗ ਹੋਈ ਹੈ ਤੇ ਠੀਕ ਹੈ ਭਾਈ ਉਹ ਲੜਕੀ ਨੂੰ ਕੁਆਰਾ ਸਮਝ ਲਿਆ ਜਾਵੇ। डॉक्टर साहब मैं शुभ ये ऐड करदा मेरे काफी दोस्त है आरपीपी है मुसलमान भी है ये गल मैनू एक मेरे दोस्त ने दसी सी सऊदी अरब दा दो इत्थे सी साडे नाल जी कुड़ी दा ते इत्थे सर्जरी करा के कुड़ी एक इत्थे पहले इत्थे रहंदी सी वो फिर सर्जरी करा के गई पर उन्होंने कोई बलून टाइप दा कोई चीज रखी है। हाँ जी ये ਤੁਹਾਡੀ ਵਾਲੀ ਗੱਲ ਤੇ ਜੋ ਮੈਂ ਐਡ ਕਰਦਾ ਬਾਕੀ ਇਹ ਤੇ ਹੁਣ ਬਹੁਤ ਜ਼ਿਆਦਾ ਹੀ ਹੋ ਗਿਆ ਜੀ। ਆਪਣੇ ਇੰਡੀਆ ਦੇ ਵਿੱਚ ਕਲੀਨਿਕਾਂ ਇਸ ਤਰ੍ਹਾਂ ਦੀਆਂ ਬਣ ਗਈਆਂ ਨੇ, ਇੱਥੇ ਵੀ ਹੈਗੀਆਂ ਨੇ ਜਿਹੜੇ ਕਿ ਡਾਕਟਰਸ ਇਸ ਨੂੰ ਰਿਪੇਅਰ ਕਰਦੇ ਨੇ, ਉਹਨੂੰ ਹਾਈਮਨੋਰੈਫੀ ਕਹਿੰਦੇ ਹੈ, ਰਿਪੇਅਰ ਕਰਨਾ ਹਾਈਮਨ ਦੀ, ਠੀਕ ਹੈ ਜੀ। ਤੇ ਉਸ ਨੂੰ ਕਿਉਂਕਿ ਇਹ ਇਲਾਸਟਿਕ ਪਰਦਾ ਹੁੰਦਾ ਆ ਔਰ ਉਸ ਨੂੰ ਉਹ ਰਿਪੇਅਰ ਕਰਦੇ ਨੇ। ਚਲੋ ਖੈਰ ਅਸੀਂ ਹੁਣ ਤੱਕ ਇਸ ਥਾਂ ਤੇ ਪਹੁੰਚ ਗਏ। ਮੈਂ ਕਈ ਵਾਰ ਬੋਲਦੇ ਮੈਨੂੰ ਟਾਈਮ ਤਾਂ ਨਹੀਂ ਪਤਾ ਲੱਗਦਾ ਤੇ ਮੈਨੂੰ ਇਸ਼ਾਰਾ ਕਰ ਦਿਓ ਜੀ ਜਦੋਂ ਆਪਣਾ ਟਾਈਮ ਖਤਮ ਹੋਣ ਵਾਲਾ ਹੋਇਆ। ਹਾਂਜੀ ਸੋ ਹਾਂ ਕੋਈ ਗੱਲ ਨਹੀਂ, ਅਜੇ ਹੈ ਟਾਈਮ ਸਾਡੇ ਕੋਲ। ਤੇ ਅਸੀਂ ਉਹ ਲੇਬੀਆ ਮੈਜੋਰਾ, ਲੇਬੀਆ ਮੈਨੋਰਾ, ਉਸ ਤੋਂ ਬਾਅਦ ਪ੍ਰੀਨੀਅਮ, ਮੌਸ ਪਿਊਬਸ ਦੀ ਗੱਲ, ਕਲਾਈਟੋਰਸ ਦੀ ਗੱਲ ਅਸੀਂ ਕਰ ਲਈ, ਯੂਰੇਥਰਾ ਦੀ ਗੱਲ ਅਸੀਂ ਕਰ ਲਈ, ਵੈਜਾਈਨਲ ਓਪਨਿੰਗ ਦੀ ਗੱਲ ਕਰ ਲਈ ਕਿ ਉਸ ਥਾਂ ਤੇ ਇੱਕ ਹਾਈਮਨ ਲੱਗਿਆ ਹੁੰਦਾ ਹੈ, ਉਸ ਹਾਈਮਨ ਦੀ ਡਿਟੇਲ ਅਸੀਂ ਆਪਣੇ ਨਾਲ ਸਾਂਝੀ ਕਰ ਲਈ। ਇਸ ਤੋਂ ਬਾਅਦ ਦਾ ਅੰਦਰ ਦਾ ਜਿਹੜਾ ਏਰੀਆ ਹੈ, ਜਦੋਂ ਅਸੀਂ ਇਸ ਪਰਦੇ ਨੂੰ ਪਾਸੇ ਕਰਦੇ ਹਾਂ ਤੇ ਫਿਰ ਸਾਡੇ ਸਾਹਮਣੇ ਆਉਂਦਾ ਹੈ ਵੈਜਾਈਨਾ ਦਾ ਅਸਲ ਸੁਰਾਖ, ਅਸਲ ਉਹ ਕੈਨਾਲ ਜਿਹਦੇ ਵਿੱਚੋਂ ਬੱਚੇ ਨੇ ਲੰਘਣਾ ਹੁੰਦਾ ਜਾਂ ਜਿਹਦੇ ਵਿੱਚੋਂ ਸਾਡਾ ਸੈਕਸ਼ੂਅਲ ਇੰਟਰਕੋਰਸ ਅਸੀਂ ਇਹ ਸਮਝਦੇ ਹਾਂ। ਇਹ ਏਰੀਆ ਇਲਾਸਟਿਕ ਟਾਈਪ ਦੇ ਮਸਲਸ ਦਾ ਬਣਿਆ ਹੁੰਦਾ ਹੈ, ਲਚਕਦਾਰ ਮਸਲਸ ਦਾ ਬਣਿਆ ਹੁੰਦਾ ਹੈ ਔਰ ਇਹਦੇ ਵਿੱਚ ਨਰਵਸ ਇੰਡਿੰਗਸ ਬਹੁਤ ਜ਼ਿਆਦਾ ਹੁੰਦੀਆਂ ਨੇ, ਭਾਵ ਨਰਵਸ ਜਿਵੇਂ ਟੈਲੀਫੋਨ ਦੀਆਂ ਲਾਈਨਾਂ ਬਹੁਤ ਜ਼ਿਆਦਾ ਹੋਣ, ਕਿਸੇ ਕੋਲ ਤੇ ਇੱਕ ਹੀ ਹੋਵੇ ਤੇ ਕਿਸੇ ਕੋਲ ਬਹੁਤ ਜ਼ਿਆਦਾ ਹੋਣ। ਔਰ ਇਸੇ ਤਰ੍ਹਾਂ ਦੇ ਜਿਵੇਂ ਸਾਡੇ ਨੌਹਾਂ ਦੇ ਪੋਟੇ ਹੁੰਦੇ ਨਾ ਉਂਗਲਾਂ ਦੇ, ਇਹਨਾਂ ਦੇ ਉੱਪਰ ਵੀ ਨਰਵ ਇੰਡਿੰਗਸ ਬਹੁਤ ਜ਼ਿਆਦਾ ਹੁੰਦੀਆਂ ਨੇ, ਬੜੇ ਸੈਂਸਿਟਿਵ ਹੁੰਦੇ ਜੀ, ਕਿਤੇ ਸੂਈ ਮਾਰੋ ਇਸ ਥਾਂ ਤੇ ਬਹੁਤ ਦਰਦ ਹੁੰਦੀ ਹੈ, ਬਹੁਤ ਤਕਲੀਫ ਹੁੰਦੀ ਹੈ। ਠੀਕ ਇਸੇ ਤਰ੍ਹਾਂ ਹੀ ਵੈਜਾਈਨਲ ਏਰੀਏ ਦੇ ਵਿੱਚ ਬਹੁਤ ਸਾਰਾ ਨਰਵਸ ਸਿਸਟਮ ਦਾ ਜਾਲ ਵਿਛਿਆ ਹੋਇਆ ਹੈ, ਇਸੇ ਕਰਕੇ ਇਹ ਸੈਂਸਿਟਿਵਿਟੀ ਦਾ ਕੰਮ ਕਰਦਾ ਹੈ, ਇਸੇ ਕਰਕੇ ਇਹ ਪਲੇਅਰ ਦਾ ਕੰਮ ਕਰਦਾ ਹੈਗਾ। ਪਰ ਇਸ ਦੀ ਜਿਹੜੀ ਲੈਂਥ ਹੈਗੀ ਹੈ
ਉਹ 3 ਤੋਂ 5 ਇੰਚ ਅਸੀਂ ਐਜ਼ ਐਨ ਐਵਰੇਜ ਲੈਨੇ ਆ। ਥੋੜਾ ਬਹੁਤ ਫਰਕ ਪੈ ਸਕਦਾ ਆ, ਪਰ ਐਜ਼ ਐਨ ਐਵਰੇਜ 3 ਤੋਂ 5 ਇੰਚ ਹੁੰਦੀ ਹੈ। ਪਰ ਬੱਚੇ ਪੈਦਾ ਹੋਣ ਤੋਂ ਬਾਅਦ ਜਾਂ ਰੈਗੂਲਰ ਸਾਡੇ ਪਰਿਵਾਰਕ ਗ੍ਰਿਸ਼ਤੀ ਸੰਬੰਧਾਂ ਦੇ ਮੁਤਾਬਕ ਥੋੜਾ ਬਹੁਤ ਇਹਦੇ ਵਿੱਚ ਅੰਤਰ ਆਣਾ ਸ਼ੁਰੂ ਹੋ ਜਾਂਦਾ ਹੈ, ਔਰ ਉਸ ਅੰਤਰ ਨੂੰ ਅਸੀਂ ਨੈਗਲੀਜੀਬਲ ਸਮਝ ਕੇ ਇੱਥੇ, ਕਿਉਂਕਿ ਅਸੀਂ ਜਿਹੜਾ ਕੁਦਰਤ ਨੇ ਬਣਾ ਕੇ ਭੇਜਿਆ ਉਹਦੀ ਗੱਲ ਕਰ ਰਹੇ ਹਾਂ, ਤਾਂ ਇਸ ਕਰਕੇ ਅਸੀਂ ਕਹਾਂਗੇ ਵੀ ਇਹ 3 ਤੋਂ 5 ਇੰਚ ਇਹਦਾ ਆਮ ਤੌਰ ਤੇ ਲੈਂਥ ਹੁੰਦੀ ਹੈ। ਔਰ ਇਸ ਦੇ ਅੰਦਰ ਬਹੁਤ ਸਾਰਾ ਨਰਵਸ ਸਿਸਟਮ ਹੁੰਦਾ ਆ, ਜਿਹੜਾ ਕਿ ਇਸ ਨੂੰ ਪਲਾਈਏਬਲ ਬਣਾਉਂਦਾ ਆ, ਜਿਹਦਾ ਇਹਨੂੰ ਸੈਂਸਿਟਿਵ ਬਣਾਉਂਦਾ ਹੈਗਾ। ਔਰ ਇਹ ਇਲਾਸਟਿਕ ਹੋਣ ਕਰਕੇ ਭਾਵ ਕਿ ਇਹਦੇ ਵਿੱਚ ਕੁੱਟਣ ਵੀ ਪੈਦਾ ਹੁੰਦੀ ਹੈ ਜਿਵੇਂ ਜਿਵੇਂ ਕੋਈ ਚੀਜ਼ ਐਂਟਰ ਕਰਦੀ ਹੈ। ਪਰ ਹਾਈਮਨ ਦੇ ਅੰਦਰ ਜਾਂਦਿਆਂ ਅਸੀਂ ਇਹ ਵਜਾਈਨਲ ਡਿਸਕ੍ਰਿਪਸ਼ਨ ਦੇ ਦਿੱਤੀ ਹੈ, ਪਰ ਹਾਈਮਨ ਦੇ ਅੰਦਰ ਜਾਂਦਿਆਂ ਰਾਈਟ ਐਂਡ ਲੈਫਟ 2 ਛੋਟੀਆਂ ਛੋਟੀਆਂ ਗਿਲਟੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਬਰਥੋਲੀਨ ਗਲੈਂਡਸ। ਇਹਨਾਂ ਦਾ ਉਹੀ ਕੰਮ ਹੁੰਦਾ ਆ, ਜਿਵੇਂ ਸਾਡੇ ਮੂੰਹ ਦੇ ਵਿੱਚ ਗਲੈਂਡ ਲੱਗੇ ਨੇ ਤੇ ਉਂਗਲੀ ਅੰਦਰ ਜਾਂਦੀ ਹੈ ਤੇ ਉਹਦੇ 'ਚ ਸਲਾਈਵਾ ਆ ਜਾਂਦਾ ਹੈ, ਥੁੱਕ ਆ ਜਾਂਦੀ ਹੈ। ਸਾਡੇ ਮੂੰਹ ਦੇ ਵਿੱਚ ਤਾਂ 3 ਥਾਵਾਂ ਤੇ ਹੁੰਦੇ ਨੇ। ਜਦੋਂ ਮੂੰਹ ਦੀ ਡਿਸਕ੍ਰਿਪਸ਼ਨ ਆਏਗੀ ਮੈਂ ਦੱਸਾਂਗਾ ਵੀ ਵੈਸਟੀਬੂਲਰ ਏਰੀਆ ਦੇ ਵਿੱਚ ਕਿੱਥੇ ਕਿੱਥੇ ਸਾਡੇ 3 ਟਾਈਪ ਦੇ ਗਲੈਂਡ ਲੱਗੇ ਹੁੰਦੇ ਨੇ, ਜਿਹੜੇ ਇਸ ਤਰ੍ਹਾਂ ਦੀ ਥੁੱਕ ਮੂੰਹ 'ਚ ਪੈਦਾ ਕਰਦੇ ਨੇ ਤਾਂ ਕਿ ਮੂੰਹ ਸੁੱਕੇ ਨਾ, ਲੁਬਰੀਕੇਸ਼ਨ ਰਹੇ, ਗੱਲ ਕਰਨ ਦੇ ਵਿੱਚ ਸਾਨੂੰ ਆਸਾਨੀ ਆਵੇ। ਇਸੇ ਤਰ੍ਹਾਂ ਹੀ ਵੈਜਾਈਨਾ ਦੀ ਸ਼ੁਰੂਆਤ ਦੇ ਵਿੱਚ ਹੀ ਇਸ ਹਾਈਮਨ ਨੂੰ ਲੰਘਦਿਆਂ ਰਾਈਟ ਐਂਡ ਲੈਫਟ ਦੋਹਾਂ ਸਾਈਡਾਂ ਤੇ ਹੀ 2 ਗਲੈਂਡ ਹੁੰਦੇ ਨੇ। ਇਹਨਾਂ ਨੂੰ ਅਸੀਂ ਕਹਿੰਦੇ ਆ ਬਾਰਥੋਲੀਨ ਗਲੈਂਡਸ। ਔਰ ਇਹਨਾਂ ਦਾ ਕੰਮ ਵੀ ਉਹੀ ਹੈ ਕਿ ਵੈਜਾਈਨਾ ਨੂੰ ਲੁਬਰੀਕੇਟ ਕਰਨਾ, ਪਰਿਵਾਰਕ ਸੰਬੰਧਾਂ ਬਣਾਉਣ ਸਮੇਂ ਵੀ, ਔਰ ਜਦੋਂ ਬੱਚਾ ਪੈਦਾ ਹੋਵੇ ਉਦੋਂ ਵੀ ਇਹ ਵੈਜਾਈਨਲ ਏਰੀਏ ਨੂੰ ਲੁਬਰੀਕੇਟ ਕਰਦੀ ਹੈ। ਔਰਤ ਦੇ ਸਾਰੇ ਜਨਨ ਅੰਗਾਂ ਦੇ ਵਿੱਚ 3 ਤਰ੍ਹਾਂ ਦੇ ਗਲੈਂਡ ਹੁੰਦੇ ਆ। ਇੱਕ ਤੇ ਉਹ ਗਲੈਂਡ ਹੁੰਦੇ ਨੇ ਜਿਹੜੇ ਲੇਬੀਆ ਮੈਜੋਰਾ ਵੱਡੇ ਬੁੱਲ੍ਹਾਂ ਦੇ ਉੱਪਰ ਤੇ ਮੌਸ ਪਿਊਬਸ ਦੇ ਉੱਪਰ ਹੁੰਦੇ ਨੇ, ਉਹਨਾਂ ਨੂੰ ਅਸੀਂ ਸਪੇਸ਼ੀਅਸ ਗਲੈਂਡ ਕਹਿੰਦੇ ਆ। ਔਰ ਕੁਝ ਗਲੈਂਡਸ ਜਿਹੜੇ ਬਿਲਕੁਲ ਇਨਸਾਈਡ ਹੁੰਦੇ ਨੇ, ਉਹਨਾਂ ਨੂੰ ਅਸੀਂ ਗਾਰਨਰਸ ਗਲੈਂਡ ਕਹਿੰਦੇ ਆ। ਉਹਨਾਂ ਦਾ ਮਤਲਬ ਇਹ ਹੁੰਦਾ ਆ ਵੀ ਜੋ ਸਾਡਾ ਵੇਸਟ ਪ੍ਰੋਡਕਟ ਵੀਰਜ ਹੋਇਆ ਜਾਂ ਹੋਰ ਜੋ ਵੀ ਕੁਝ ਹੋਇਆ, ਜਾਂ ਮੈਂਸ ਦੇ ਵਿੱਚ ਅੰਦਰੋਂ ਕੁਝ ਬਚ ਗਿਆ, ਜਾਂ ਜਿਹੜਾ ਕਿ ਰੂਟੀਨ ਚੱਲ ਰਿਹਾ ਸਾਈਕਲੀ ਦਾ, ਉਸ ਸਾਈਕਲਿੰਗ ਰੂਟੀਨ ਦੇ ਵਿੱਚ ਜੋ ਕੁਝ ਵੇਸਟ ਪ੍ਰੋਡਕਟ ਬਚ ਗਏ, ਉਹ ਕਈ ਵਾਰ ਕਿਤੇ ਕਿਤੇ ਇਕੱਠੇ ਹੋ ਜਾਂਦੇ ਨੇ। ਔਰ ਉਹਨਾਂ ਨੂੰ ਅਲੱਗ ਇਕੱਠਾ, ਜਿਵੇਂ ਆਪਾਂ ਵੇਖੀਏ ਵੀ ਪਾਣੀ ਜਾ ਰਿਹਾ ਹੋਵੇ, ਛੱਪੜ ਦੇ ਵਿੱਚ ਕਿਤੇ ਖੜਾ ਹੋਵੇ, ਕਿਸੇ ਥਾਂ ਤੇ ਜਿਹੜਾ ਗੰਦ ਹੈ ਉਹ ਅਲੱਗ ਇਕੱਠਾ ਹੁੰਦਾ ਜਾਂਦਾ। ਉਹ ਜਿਹੜਾ ਗੰਦ ਹੈ ਵਗਦੇ ਪਾਣੀ ਦੇ ਵਿੱਚ ਕਿਸੇ ਥਾਂ ਤੇ ਜਦੋਂ ਇਕੱਠਾ ਹੋ ਜਾਂਦਾ ਆ ਤੇ ਉਸ ਥਾਂ ਤੇ ਉਸ ਨੂੰ ਕਵਰ ਕੀਤਾ ਜਾਂਦਾ। ਕੁਦਰਤ ਦਾ ਇੱਕ ਪ੍ਰੋਸੈਸ ਹੈ ਕੈਲਸੀਫਿਕੇਸ਼ਨ ਦਾ, ਉਸ ਨੂੰ ਉਹ ਕਵਰ ਕਰ ਦਿੰਦੀ ਹੈ। ਸੋ ਇਹ ਕੰਮ ਉਸ ਗਾਰਨਰਸ ਡਕਟ ਦਾ ਜਾਂ ਗਾਰਨਰਸ ਗਲੈਂਡਸ ਦਾ ਹੁੰਦਾ ਆ ਕਿ ਉਸ ਨੂੰ ਐਬਜ਼ਰਵ ਕਰਨਾ ਤੇ ਆਪਣੇ ਆਪ ਖਤਮ ਕਰਨਾ। ਜਿਵੇਂ ਬਦਮਾਸ਼ਾਂ ਨੂੰ ਘੇਰਾ ਪਾ ਕੇ ਪੁਲਿਸ ਤੇ ਉਹਨਾਂ ਨੂੰ ਕਵਰ ਕਰ ਲੈਂਦੀ ਤੇ ਵੀ ਠੀਕ ਹੈ, ਇਹ ਹੁਣ ਸਮਾਜ ਦੇ ਵਿੱਚ ਤਾਂ ਨਾ ਜਾਣ, ਇੱਥੇ ਰੋਕ ਲਓ ਤੇ ਇਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿਓ। ਇਹੀ ਕੰਮ ਜਿਹੜਾ ਹੈ ਗਾਰਨਰ ਗਲੈਂਡਸ ਦਾ ਹੈਗਾ, ਔਰ ਉਹ ਉਹਨਾਂ ਨੂੰ ਇਸੇ ਤਰ੍ਹਾਂ ਹੀ ਖਤਮ ਕਰਦੇ ਨੇ। ਸੋ ਜਿਹੜੇ ਅਸੀਂ ਐਪੀਡਰਮਲ ਸਬੇਸ਼ੀਅਸ ਗਲੈਂਡਸ ਦੀ ਗੱਲ ਕੀਤੀ, ਜਿਹੜੀ ਮੌਸ ਪਿਊਬਸ ਉੱਪਰ ਤੇ ਜਾਂ ਜਿਹੜੇ ਬਾਰਥੋਲੀਨ, ਜਿਹੜੇ ਲਾਰਜ ਲੇਬੀਆ ਮੈਜੋਰਾ ਦੇ ਉੱਪਰ ਅਸੀਂ ਗੱਲ ਕੀਤੀ ਹੈ, ਉਹਨਾਂ ਦਾ ਕੰਮ ਇਹ ਆ ਕਿ ਉਹਦੇ ਵਿੱਚ ਜਿੰਨਾ ਵੀ ਲਿੰਫ ਐਕਸੈਸ ਵਿੱਚ ਆਉਂਦਾ ਹੈ, ਰਗੜ ਲੱਗਣ ਨਾਲ ਜਿੰਨੇ ਵੀ ਬਲੱਡ ਵੈਸਲਸ ਟੁੱਟਦੇ ਨੇ, ਜਿੰਨਾ ਵੀ ਨੁਕਸਾਨ ਹੁੰਦਾ ਆ, ਉਹਦੇ ਵਿੱਚੋਂ ਜਿਹੜਾ ਵੇਸਟ ਪ੍ਰੋਡਕਟ ਚਮੜੀ ਵਿੱਚ ਆ ਜਾਂਦਾ ਆ, ਉਹ ਕਈ ਵਾਰਾਂ ਕੱਢਣ ਦਾ ਕੁਦਰਤ ਦਾ ਉਪਰਾਲਾ ਹੁੰਦਾ ਆ ਤੇ ਉਹ ਕਿਸੇ ਨਾ ਕਿਸੇ ਥਾਂ ਤੇ ਪੰਜਾਬੀ 'ਚ ਅਸੀਂ ਕਹਿੰਦੇ ਆ ਵਾਲ ਤੋੜ ਹੋ ਗਈ ਹੈ। ਪੰਜਾਬੀ 'ਚ ਅਸੀਂ ਵਾਲ ਤੋੜ ਉਹਨੂੰ ਕਹਿੰਦੇ ਆ, ਉਹ ਹੋ ਗਈ ਹੈ। ਤੇ ਉਹ ਉਸ ਤਰ੍ਹਾਂ ਦੇ ਸਪੇਸ਼ੀਅਸ ਗਲੈਂਡ ਜਿਹੜੇ ਮੌਸ ਪਿਊਬਸ ਦੇ ਉੱਪਰ ਵੀ ਬਣ ਜਾਂਦੇ ਨੇ, ਲੇਬੀਆ ਮੈਜੋਰਾ ਦੇ ਉੱਪਰ ਵੀ ਬਣ ਜਾਂਦੇ ਨੇ। ਔਰ ਇਹ 3 ਤਰ੍ਹਾਂ ਦੇ ਗਲੈਂਡ ਅਸੀਂ ਵੇਖੇ ਕਿ ਜਿਹੜੇ ਔਰਤ ਦੇ ਜਨਨ ਅੰਗਾਂ ਦੇ ਵਿੱਚ ਸਾਡੇ ਸਾਹਮਣੇ ਹੁੰਦੇ ਆ। ਉਸ ਤੋਂ ਬਾਅਦ ਦੀ ਅਗਲੀ ਗੱਲ ਆ ਗਈ ਜੀ, ਇਸ ਵਜਾਈਨਲ ਏਰੀਏ ਦੇ ਵਿੱਚ ਹੀ ਇੱਕ ਹੋਰ ਉੱਪਰ ਤੋਂ ਮੁੱਗ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਆ ਓਪਨਿੰਗ ਆਫ ਦੀ ਯੂਟਰਸ, ਬੱਚੇਦਾਨੀ ਦੀ ਓਪਨਿੰਗ। ਬੱਚੇਦਾਨੀ ਅਗਲਾ ਪੋਰਸ਼ਨ ਆ ਜਿਹਦੇ ਵਿੱਚ ਇਸ ਜਿਹੜਾ ਹੈਗੀ ਹੈ ਵਜਾਈਨਾ, ਇਹਦੇ ਨਾਲ ਹੀ ਉਹਦਾ ਲਿੰਕ ਹੈ, ਉਹਦੇ ਵਿੱਚ ਹੀ ਉਹ ਖੁੱਲ੍ਹਦੀ ਹੈ ਯੂਟਰਸ। ਉਸ ਨੂੰ ਅਸੀਂ ਕਹਿੰਦੇ ਆ ਨੈਕ ਆਫ ਦੀ ਯੂਟਰਸ, ਸਰਵਾਈਕਲ ਏਰੀਆ ਆਫ ਦੀ ਯੂਟਰਸ, ਸਰਵਿਕਸ, ਠੀਕ ਹੈ। ਤੇ ਸਰਵਿਕਸ ਤੋਂ ਉੱਪਰ ਹੁੰਦੀ ਹੈ ਇਸ ਯੂਟਰਸ ਦੀ ਬਾਡੀ,
ਯੂਟਰਸ ਦੀ ਬਾਡੀ ਜਿਹੜੀ ਹੈ ਉਹਨੂੰ ਅਸੀਂ 3 ਭਾਗਾਂ 'ਚ ਵੰਡ ਕੇ ਆਮ ਤੌਰ ਤੇ ਵੇਖਦੇ ਹਾਂ। ਉੱਪਰ ਵਾਲੇ ਨੂੰ ਅਸੀਂ ਕਹਿੰਦੇ ਹਾਂ ਫੰਡਸ, ਵਿਚਕਾਰ ਵਾਲੇ ਲਾਰਜ ਪੋਰਸ਼ਨ ਨੂੰ ਅਸੀਂ ਕਹਿੰਦੇ ਹਾਂ ਬਾਡੀ ਆਫ ਦੀ ਯੂਟਰਸ, ਤੇ ਜਿਹੜਾ ਹੇਠਾਂ ਇਸ ਵਜਾਈਨਲ ਏਰੀਆ ਦੇ ਵਿੱਚ ਮੂੰਹ ਖੁੱਲਦਾ ਆ ਉਸ ਨੂੰ ਕਹਿੰਦੇ ਹਾਂ ਸਰਵਿਕਸ ਆਫ ਦੀ ਯੂਟਰਸ। ਔਰ ਇਸ ਯੂਟਰਸ ਜਿਹਦਾ ਕਿ ਮੇਨ ਪਰਪਸ ਹੈ ਕਿ ਬੱਚੇ ਨੂੰ ਰਿਸੀਵ ਕਰਨਾ ਜਾਂ ਹਰ ਮਹੀਨੇ ਦਾ ਮੈਂਸਸ ਪੈਦਾ ਕਰਨਾ ਤੇ ਬਾਹਰ ਵਗਾਉਣਾ, ਇਹਦਾ ਇੱਕ ਰੂਟੀਨ ਕੰਮ ਹੈ, ਬਹੁਤ ਮਹੱਤਵਪੂਰਨ ਅੰਗ ਹੈ ਸਾਡਾ ਇਹ ਇਸ ਜੀਵਨ ਨੂੰ ਜੀਵਨ ਪੈਦਾ ਕਰਨ ਵਾਸਤੇ। ਅੱਗੇ ਇਹਦਾ ਜਿਹੜਾ ਨਾਰਮਲ ਸਾਈਜ਼ ਹੁੰਦਾ ਆ ਉਹ ਆਮ ਤੌਰ ਤੇ 8 ਸੈਂਟੀਮੀਟਰ ਲੰਬਾ ਹੁੰਦਾ ਆ ਉੱਪਰ ਤੋਂ ਲੈ ਕੇ ਹੇਠਾਂ ਤੱਕ, 5 ਸੈਂਟੀਮੀਟਰ ਇਹਦੀ ਚੌੜਾਈ ਹੁੰਦੀ ਹੈ, 4 ਸੈਂਟੀਮੀਟਰ ਦੀ ਥਿਕਨੈਸ, ਤੁਸੀਂ ਮੋਟਾ ਇਸ ਨੂੰ ਕਹਿ ਸਕਦੇ ਹੋ ਵੀ ਇੰਨੀ ਕੁ ਮੋਟਾਈ ਇਹਦੀ ਆਮ ਤੌਰ ਤੇ ਹੁੰਦੀ ਹੈ ਐਜ਼ ਐਨ ਐਵਰੇਜ। ਪਰ ਇਸ ਬੱਚੇਦਾਨੀ ਦੇ ਵਿੱਚ, ਇਸ ਯੂਟਰਸ ਦੇ ਵਿੱਚ ਬੱਚਾ ਜੰਮਣ ਤੋਂ ਬਾਅਦ, ਅਬਾਰਸ਼ਨ ਹੋਣ ਤੋਂ ਬਾਅਦ ਜਾਂ ਮਿਸਕੈਰੀਜ ਹੋਣ ਤੋਂ ਬਾਅਦ ਚੇਂਜਸ ਆਉਂਦੀਆਂ ਨੇ ਤੇ ਇਹਦੇ ਸਾਈਜ਼ ਵਿੱਚ ਫਰਕ ਪੈ ਜਾਂਦਾ ਆ। ਇਹਦਾ ਜਿਹੜਾ ਮੂੰਹ ਹੁੰਦਾ ਹੈ ਜਿਹੜਾ ਕਿ ਵਜਾਈਨਲ ਏਰੀਆ ਵਿੱਚ ਖੁੱਲ੍ਹਦਾ ਹੈ ਉਹ ਆਮ ਤੌਰ ਤੇ ਪਹਿਲਾਂ ਤਿਕੋਨੀ ਸ਼ੇਪ ਦਾ ਹੁੰਦਾ ਹੈ, ਟ੍ਰਾਇੰਗਲ ਟਾਈਪ ਦਾ ਹੁੰਦਾ ਹੈ। ਪਰ ਜਦੋਂ ਇਹਦੇ ਵਿੱਚੋਂ ਇਹ ਕਿਰਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਇਹ ਕਹਿ ਲਓ ਵੀ ਇੱਕ ਵੀ ਡਿਲੀਵਰੀ ਹੋ ਗਈ, ਉਹਨੂੰ ਕਹਿੰਦੇ ਨੇ ਗ੍ਰੈਵਿਡਾ, ਕਿਸੇ ਵੀ ਔਰਤ ਦਾ ਪ੍ਰੈਗਨੈਂਟ ਹੋਣਾ, ਗ੍ਰੈਵਿਡਾ ਮੈਡੀਕਲ ਟਰਮ ਹੈ ਉਹਦੀ। ਭਾਵ ਜਦੋਂ ਕੋਈ ਬੱਚੀ ਪ੍ਰੈਗਨੈਂਟ ਹੋ ਗਈ ਫਸਟ ਟਾਈਮ ਤੇ ਉਸ ਤੋਂ ਬਾਅਦ ਉਹਦਾ ਚਾਹੇ ਅਬਾਰਸ਼ਨ ਹੋ ਗਿਆ ਤੇ ਚਾਹੇ ਉਹਦੀ ਨਾਰਮਲ ਡਿਲੀਵਰੀ ਹੋ ਗਈ, ਉਸ ਵੇਲੇ ਉਹਦੀ ਉਹ ਬੱਚੇਦਾਨੀ ਦਾ ਜਿਹੜਾ ਮੂੰਹ ਹੈ, ਯੂਟਰਸ ਦਾ ਜਿਹੜਾ ਮੂੰਹ ਹੈ, ਉਹਦੀ ਸ਼ੇਪ ਬਦਲ ਜਾਂਦੀ ਹੈ, ਉਹ ਗੋਲ ਹੋ ਜਾਂਦੀ ਹੈ। ਇਹ ਇੱਕ ਬਹੁਤ ਵੱਡਾ ਐਸਟੀਮੇਸ਼ਨ ਹੈ ਇਸ ਗੱਲ ਦਾ ਜਾਣਨ ਦਾ ਕਿ ਇਸ ਬੀਬੀ ਦੇ, ਇਸ ਬੱਚੀ ਦੇ ਪਹਿਲਾਂ ਕੋਈ ਪ੍ਰੈਗਨੈਂਸੀ ਹੋਈ ਹੈ ਕਿ ਨਹੀਂ, ਪਹਿਲਾਂ ਕੋਈ ਅਬਾਰਸ਼ਨ ਹੋਇਆ ਹੈ ਕਿ ਨਹੀਂ, ਜਾਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਕਿਰਿਆ ਹੋਈ ਹੈ ਕਿ ਨਹੀਂ। ਇਹ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਉਹ ਜਿਹੜਾ ਮੂੰਹ ਹੈ ਬੱਚੇਦਾਨੀ ਦਾ ਟ੍ਰਾਇੰਗਲ ਤੋਂ ਗੋਲ ਹੋ ਜਾਂਦਾ ਹੈ। ਹੁਣ ਆ ਗਈ ਇਸ ਬੱਚੇਦਾਨੀ ਦੀ ਗੱਲ। ਬੱਚੇਦਾਨੀ ਇਹ ਇੱਕ ਤਰ੍ਹਾਂ ਦਾ ਫਲੈਕਸਡ ਲਿਫਾਫਾ ਹੈ, ਜਿਹੜਾ ਇੱਕ ਤੈਅ ਕੀਤਾ ਹੋਇਆ ਲਿਫਾਫਾ ਹੈ, ਤੇ ਉਹਦੀ ਇਹ 8 ਇੰਚ 5 ਇੰਚ 4 ਇੰਚ ਜਿਹੜੀ ਅਸੀਂ ਮੇਜਰਮੈਂਟ ਦੱਸੀ ਹੈ ਇਹ ਉਸ ਫਲੈਕਸ ਕੀਤੇ ਹੋਏ ਲਿਫਾਫੇ ਦੀ ਮੇਜਰਮੈਂਟ ਹੈਗੀ ਹੈ। ਪਰ ਇਹਦੇ ਅੰਦਰ ਇੱਕ ਕਨਾਲ, ਇੱਕ ਸਲਿਟ ਜਾ ਰਹੀ ਹੈ, ਜਿਸ ਤਰ੍ਹਾਂ ਕੋਈ ਚੀਰ ਪਿਆ ਹੁੰਦਾ ਆ, ਕਿਉਂਕਿ ਬਹੁਤ ਜ਼ਿਆਦਾ ਖੁੱਲੀ ਨਹੀਂ। ਜਦੋਂ ਤੱਕ ਉਹਨੂੰ ਜਿਵੇਂ ਪਕਾਨੇ ਨੂੰ ਹਵਾ ਪਾਓਗੇ, ਫੈਲਾਓਗੇ ਤੇ ਫੇਰ ਹੀ ਉਹਨੇ ਫੁੱਲਣਾ ਆ, ਅਦਰਵਾਈਜ਼ ਉਹ ਪਿਚਕਿਆ ਪਿਆ ਰਹਿੰਦਾ ਹੈਗਾ। ਜਦੋਂ ਹੀ ਸਪਰਮ ਇਹਦੇ 'ਚ ਆਉਂਦੇ ਨੇ ਤੇ ਉਦੋਂ ਹੀ ਉਹਦੇ ਵਿੱਚੋਂ ਇੰਨਾ ਕੋਈ ਸੁਰਾਖ ਜਗ੍ਹਾ ਹੁੰਦੀ ਜਿਹਦੇ 'ਚ ਸਪਰਮ ਤਰ ਕੇ ਅੱਗੇ ਜਾ ਸਕਦੇ ਆ। ਸੋ ਇਹ ਇਸ ਤਰ੍ਹਾਂ ਉਹਨੂੰ ਸਲਿਟ ਕਹਿੰਦੇ ਅਸੀਂ। ਉਸ ਸਲਿਟ ਦੇ ਵਿੱਚ ਇਸ ਫੈਲੋਪੀਅਨ ਟਿਊਬ ਦੇ ਉੱਪਰ ਵਾਲਾ ਹਿੱਸਾ ਜਿਹੜਾ ਅਸੀਂ ਫੰਡਸ ਕਿਹਾ ਹੈਗਾ, ਜਿਹੜਾ ਸਾਡੀ ਇਸ ਸਿੰਫਾਈਸਿਸ ਪਿਊਬਸ ਦੇ ਬਿਲਕੁਲ ਹੇਠਲੇ ਪਾਸੇ ਹੁੰਦਾ ਹੈ ਆਮ ਤੌਰ ਤੇ ਨਾਪ ਕਰਨ ਵਾਸਤੇ ਪੈਲਵਿਕ ਏਰੀਏ ਦੇ ਵਿੱਚ, ਉਸ ਦੇ ਉੱਪਰ ਵਾਲੇ ਪਾਸੇ ਏਰੀਏ ਨੂੰ ਅਸੀਂ ਫੰਡਸ ਕਹਿੰਦੇ ਆ। ਚਲੋ ਮੈਨੂੰ ਇਹ ਕੰਪਲੀਟ ਕਰ ਲੈਣ ਦਿਓ। ਯੂਟਰਸ ਕਿ ਨਹੀਂ ਆ ਜੀ? ਤੋ ਯੂਟਰਸ ਦਾ ਜਿਹੜਾ ਏਰੀਆ ਤੇ ਫੰਡਸ ਦਾ ਜਿਹੜਾ ਏਰੀਆ ਹੈ, ਇਹਨਾਂ ਦੇ ਜੰਕਸ਼ਨ ਦੇ ਉੱਪਰ ਉਹ ਕਨਾਲ ਜਿਹੜੀ ਹੈ ਦੋਵੇਂ ਪਾਸੇ ਵੰਡ ਜਾਂਦੀ ਹੈ ਤੇ ਉਹਨਾਂ ਨੂੰ ਅਸੀਂ ਕਹਿੰਦੇ ਆ ਫੈਲੋਪੀਅਨ ਟਿਊਬਸ। ਫੈਲੋਪੀਅਨ ਟਿਊਬਸ ਦੇ ਵਿੱਚ ਜਿਹੜਾ ਹੈ ਇਹ ਉਹ ਸੁਰਾਖ ਜਿਹੜਾ ਹੈ ਸਾਂਝਾ ਹੋ ਜਾਂਦਾ। ਭਾਵ ਕੀ ਹੋਇਆ, ਵਜਾਈਨਾ ਦੇ ਵਿੱਚੋਂ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਵਿੱਚ ਸੁਰਾਖ ਸਾਂਝਾ ਹੋ ਗਿਆ ਤੇ ਬੱਚੇਦਾਨੀ ਦੇ ਵਿੱਚੋਂ ਫੈਲੋਪੀਅਨ ਟਿਊਬ ਦੇ ਵਿੱਚ ਸੁਰਾਖ ਸਾਂਝਾ ਹੋ ਗਿਆ। ਭਾਵ ਇੱਕ ਰਸਤਾ ਹੈਗਾ, ਇੱਕ ਸੜਕ ਹੈਗੀ ਹੈ ਜਿਹੜੀ ਇੱਧਰੋਂ ਜਾਂਦੀ ਹੈ ਤੇ ਸਾਰੇ ਅੱਗੇ ਕਨੈਕਸ਼ਨ ਕਰ ਲੈਂਦੀ ਹੈ। ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੈਲੋਪੀਅਨ ਟਿਊਬ ਦੀ ਡਿਸਕ੍ਰਿਪਸ਼ਨ ਕਰਾਂਗੇ ਤੇ ਯੂਟਰਸ ਦੀ ਡਿਸਕ੍ਰਿਪਸ਼ਨ ਹਜੇ ਮੇਰੀ ਬਾਕੀ ਹੈ ਕਿ ਇਹ ਕਿਵੇਂ ਦੀ ਬਣੀ ਹੋਈ ਹੈ ਔਰ ਉਹਦੀ ਜਿਵੇਂ ਬਣੀ ਹੈ ਉਹਦੀ ਬਣਤਰ ਦਾ ਕੰਮ ਕੀ ਹੈਗਾ। ਸੋ ਇਹ ਅਸੀਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਪਾਠਕਾਂ ਨਾਲ, ਸੁਣਨ ਵਾਲਿਆਂ ਨਾਲ ਸਾਂਝਾ ਕਰਾਂਗੇ। ਮੈਂ ਸਾਰਿਆਂ ਨੂੰ ਬੇਨਤੀ ਇਹ ਜ਼ਰੂਰ ਕਰਦਾ ਹਾਂ ਕਿ ਸਾਡੇ ਰੇਡੀਓ ਪ੍ਰੋਗਰਾਮਾਂ ਨੂੰ ਤੁਸੀਂ ਸੁਣਦੇ ਹੋ ਤੇ ਰੇਡੀਓ ਪ੍ਰੋਗਰਾਮਾਂ ਤੇ ਤੁਹਾਡੀ ਤਾਰੀਫ ਮੇਰੇ ਤੱਕ ਪਹੁੰਚਦੀ ਹੈ ਬਹੁਤ। ਮੈਂ ਇਹ ਕਹਿਣਾ ਕਿ ਰੇਡੀਓ ਤਾਂ ਤੁਸੀਂ ਸੁਣਿਆ ਤੇ ਚਲੇ ਗਿਆ, ਲੇਕਿਨ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਚੰਗੀ ਗੱਲ ਇਹਨਾਂ ਗੱਲਾਂ ਨੂੰ ਸਾਂਭ ਲਓ ਤੇ ਮੇਰਾ YouTube ਚੈਨਲ ਵੀ ਜਿਹੜਾ ਉਹ ਸਬਸਕ੍ਰਾਈਬ ਕਰ ਲਓ, ਤਾਂ ਕਿ ਜੇ ਤੁਸੀਂ YouTube ਦੇ ਉੱਪਰ ਮੈਂ ਹਾਂ ਜਾਂ ਨਹੀਂ ਹਾਂ, ਮੈਂ ਜਦ ਰਹਾਂਗਾ ਨਹੀਂ ਰਹਾਂਗਾ, ਇਹ ਬੋਲ ਮੇਰੇ ਤੁਹਾਡੇ ਸਾਹਮਣੇ ਰਹਿਣਗੇ ਤਾਂ ਕਿ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਗਾਈਡ ਕਰ ਸਕੋ ਕਿ ਇਹ ਜੀਵਨ ਦਾ ਸਿਸਟਮ ਹੈ ਕੀ, ਚੱਲਦਾ ਕਿਵੇਂ ਹੈਗਾ।
ਕਿੱਥੇ ਕੀਤੀ ਅਸੀਂ ਥੋੜੀ ਜਿਹੀ ਨੰਗੀਆਂ ਬਲੀਆਂ ਗੱਲਾਂ ਲੱਗਦੀਆਂ ਪਰ ਸੱਚਾਈ ਆ, ਇਹ ਕੋਈ ਦੱਸਦਾ ਵੀ ਨਹੀਂਗਾ ਡਾਕਟਰ ਸਾਹਿਬ। ਹਾਂਜੀ ਹਾਂਜੀ ਉਹ ਗੱਲ ਕਰਦੇ ਜਿੱਦਾਂ ਤੁਸੀਂ ਖੁੱਲ ਕੇ ਗੱਲ ਕਰਦੇ ਹੋ, ਜਿਸ ਤਰ੍ਹਾਂ ਸਾਡੇ ਗੁਰਤਾ ਸੰਧੂ ਸਾਹਿਬ ਕਹਿ ਰਹੇ, ਡਾਕਟਰ ਸੰਧੂ ਜੀ ਕਮਾਲ ਕਰੀ ਜਾਂਦੇ ਹਨ, ਬੜੇ ਵਧੀਆ ਢੰਗ ਨਾਲ ਜਾਣਕਾਰੀ ਦੇ ਰਹੇ, ਸੱਚੀਆਂ ਗੱਲਾਂ ਜੀ, ਅਸਲੀਅਤ ਹੈ, ਇਹਨੂੰ ਜਾਣਨਾ ਬੜਾ ਜ਼ਰੂਰੀ ਹੈ। ਸੋ ਅੱਜ ਦੇ ਇਸ ਅੰਤ ਵਿੱਚ ਮੈਂ ਇਹੀ ਹੈ ਕਿ ਅਸੀਂ ਕੱਲ ਤੋਂ ਯੂਟਰਸ ਦੇ ਸੰਬੰਧ ਵਿੱਚ ਫਿਰ ਵਿਚਾਰ ਕਰਨੀ ਸ਼ੁਰੂ ਕਰਨੀ, ਜਿਹੜੀ ਮੇਨ ਸਾਡਾ ਅੰਗ ਹੈਗਾ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 7021 ਵਿਲੇਜ ਪਾਰਕਵੇ ਡਬਲਿਨ कैलिफोर्निया 94568 एरिया, और मेरा फ़ोन नंबर 4086871899 है। ईमेल एड्रेस होम्योमेडिसिन HOMEOMEDICINE@yahoo.com। किसी भी वेले किसी बीमारी बारे समझना चाहते हो, कोई ओपीनियन लेना चाहते हो, या किसी बारे सेहत संबंधी राय करनी चाहते हो तो तुसी मैनू कॉल कर सकते हो किसी भी फोन नंबर ते, ईमेल राही या किसी तरह राबता कर सकते हो। तुहाडा सारिਆਂ ਦਾ ਰੱਬ राखा, तुहाडे सारिਆਂ ਦੀ चंगी सेहत ਲਈ दुआ करदा हाँ। सत श्री अकाल, आदाब, नमस्कार। बहुत शुक्रिया, बहुत मेहरबानी डॉक्टर साहब, बहुत धन्यवाद।